KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:30 ਹੋ ਗਏ। ਸਾਤਨਾਸ਼ਰ ਤਸੀਨ ਤਹਕਾਕ ਜ਼ੁਮਨਲ ਅਰਬਾ ਬੁੱਧਵਾਰ ਦਾ ਦਿਨ 12:30 ਤੇ 28 ਅਪ੍ਰੈਲ ਵਰਾ 2021 ਦਾ ਬੁੱਧਵਾਰ ਹੈ। ਅੱਜ 16 ਵਿਸਾਖ ਨਾਨਕ ਸੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਤੇ ਨਾਲ ਹੀ ਆਪਣੀ ਕਹਾਣੀ ਕੱਲ ਸੁਨੇਹਾ ਪਾਇਆ ਸੀ ਵੀ ਆਥਣ ਤੱਕ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਕਹਾਣੀਆਂ। ਕਈ ਤਾਂ ਨੌ ਜਿਹੜੇ ਪੁਰਾਣੇ ਬੰਦਿਆਂ ਦੇ ਪ੍ਰੇਮ ਗੋਰਖੀ ਉਹਨਾਂ ਦੀਆਂ ਕਹਾਣੀਆਂ ਮੇਰੇ ਸੂਤ ਨਹੀਂ ਬਹਿੰਦੀਆਂ। ਮੇਰੇ ਕਹਾਣੀਆਂ ਦੇ ਵਿੱਚ ਤਾਂ ਪਾਤਰ ਬੋਲਦੇ ਹੋਣ ਫਿਰ ਮੈਂ ਸੂਤ ਕਰਕੇ ਪਾਉਣਾ। ਕੋਸ਼ਿਸ਼ ਕੀਤੀ ਸੀ ਲਾਸਟ ਮਿੰਟ ਤੱਕ ਵੀ ਵੀਨਾ ਵਰਮਾ ਜੀ ਦੀਆਂ ਕਹਾਣੀਆਂ ਜਿਹੜੀਆਂ 28 30 ਸਕਿਆਂ ਦੀਆਂ ਸੂਤ ਨਾਲ ਬੈਠੀ ਦੋ ਤਾਂ ਲਾਉਂਦਾ ਰਿਹਾ। ਰਾਤ 11:00 ਬਾਈ ਜੱਗੀ ਕੁੱਸੇ ਦੀ ਅੱਜ ਕਹਾਣੀ ਤੁਹਾਨੂੰ ਇੱਕ ਸੁਣਾਉਣਾ। ਉਹਨਾਂ ਦੇ ਨਾਵਲ ਕੁੱਲੀ ਯਾਰ ਦੀ ਸੁਰਗ ਦੇ ਝੂਟੇ ਚੋਂ, ਤੇ ਅਗਲੇ ਹਫ਼ਤੇ ਫਿਰ ਸੁਣਾਵਾਂਗਾ ਵੀਨਾ ਵਰਮਾ ਜੀ ਦੀ ਕਹਾਣੀ। ਕੋਈ ਵੀਨਾ ਵਰਮਾ ਜੀ ਦੀ ਮੈਂ ਫਰੰਗੀਆਂ ਦੀ ਨੂੰਹ ਤਾਂ ਸੁਣਾ ਸਕਦਾ ਸੀ, ਸ਼ੈਂਤੀ ਤੇ ਜੌਨ ਵਾਲੀ। ਕਹਿੰਦੀ ਜੌਨ ਆ, ਕਹਿੰਦਾ ਜੈਸ ਸ਼ੈਂਤੀ, ਕਹਿੰਦੀ ਕਮ ਆਨ। ਹੱਸਦਾ ਅੰਦਰੋਂ ਨਿਕਲਿਆ ਤੇ ਬਾਹਰ ਬੈਠੀ ਸਹੇਲੀ ਕਹਿੰਦੀ ਨਿਊ ਸਰਪ੍ਰਾਈਜ਼ ਫॉर ਯੂ। ਕਹਿੰਦੀ ਹਾਂ। ਕਹਿੰਦੀ ਜੌਨ, ਯੈਸ ਸ਼ੈਂਤੀ, ਕਮ ਆਨ। ਉਹ ਵੀ ਕਹਾਣੀ ਤੁਹਾਨੂੰ ਫਰੰਗੀਆਂ ਦੀ ਨੂੰਹ ਜਿਹੜੀ ਫਿਰ ਕਿਸ ਦਿਨ ਸੁਣਾਵਾਂਗਾ। ਹਮਕੋ ਵੀ ਲਾਈਨ ਹੈ ਕੰਮ ਦੇ ਹੱਥਾਂ ਇੱਕ। ਤੇ ਜਿਹੜੇ ਯੋਧਿਆਂ ਦੀ ਕਹਾਣੀ ਹੈ ਉਹ ਮਈ ਤੇ ਜੂਨ ਦੇ ਮਹੀਨੇ ਚੱਲਣੀਆਂ। ਪੁਰਜਾ ਕਟਮਰੇ ਦੇ ਵਿੱਚੋਂ ਤਵੀ ਤੋਂ ਤਲਵਾਰ ਤੱਕ, ਬਾਹਰੀ ਕੋਹੀਵਲ ਦੇ ਦੀਵੇ ਦੇ ਵਿੱਚੋਂ ਉਹ ਮਈ ਦੇ ਅੱਧ ਤੋਂ ਜੂਨ ਤੱਕ ਉਹ ਕਹਾਣੀਆਂ ਫਿਰ ਸਿੱਖ ਸਰਦਾਰਾਂ ਦੀਆਂ ਗੱਲਾਂ ਉਹਨਾਂ ਦੇ ਨਾਵਲਾਂ 'ਚ ਚੱਲਣਗੀਆਂ। ਅੱਜ ਕਹਾਣੀ ਕਰਮਾਂ ਦਾ ਸਫ਼ਰ ਤੁਹਾਡੇ ਸਨਮੁਖ ਹੋਏਗੀ। ਜੱਗੀ ਕੁੱਸੇ 1844 247 1550 ਔਨ 에ਅਰ ਨੰਬਰ ਹੈ 184424715550 ਵਾਹਿਦ ਤਮਾਨੀਆ ਅਰਬਾ ਅਰਬਾ ਤਨੀਨ ਅਰਬਾ ਸਵਾ ਵਾਹਿਦ ਖਮਸ ਸਿਫਰ। KRPRadio.com ਤੇ ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜਾਂਦਾ। YouTube ਤੇ ਪ੍ਰੋਗਰਾਮ ਦੋਨੇ ਹੀ ਪਾਏ ਹੁੰਦੇ ਨੇ। ਪਵਨ ਜਵੰਦੇ ਦਾ ਧੰਨਵਾਦ ਹੈ। ਜੇ ਮਾੜਾ ਜਿਹਾ ਲੇਟ ਹੋ ਜਾਵੇ, ਆਸਟ੍ਰੇਲੀਆ ਵਾਲੇ ਪਿੰਦਰ ਬਰਾੜ ਹੋਣੀ ਇੰਨਾ ਕੱਸਦੇ ਆ ਕੰਮ, ਇਹ ਲੇਟ ਹੋਇਆ ਹੀ ਕਿਵੇਂ? ਉਹ ਮੈਂ ਕਿਹਾ ਪਾਉਂਦੇ ਆ ਯਾਰ, ਸਾਹ ਲੈ ਲਓ। ਬੰਦਾ ਕੰਮ ਕਰਦਾ ਹੈ, ਦਿਹਾੜੀ ਲਾ ਕੇ ਪੁਣ ਕੇ ਪਾਉਂਦਾ ਹੈ। ਹਾਂ ਬਾਈ ਲੇਟ ਨਾ ਹੋਵੇ, ਸਾਨੂੰ ਪਾਠੀ ਬੋਲਦੇ ਨਾਲ ਆਉਣਾ ਚਾਹੀਦਾ ਪ੍ਰੋਗਰਾਮ। ਧੰਨਵਾਦ ਤੁਹਾਡੇ ਪਿਆਰ ਦਾ, ਦੇਣਾ ਨਹੀਂ ਦੇ ਸਕਦੇ। ਜਿਉਂਦੇ ਵਸਦੇ ਰਹੋ। ਤੇ 1844 247 1550 ਜਦ ਤੁਸੀਂ ਗੱਲਬਾਤ ਕਰਨੀ ਹੈ ਤੇ 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਇੱਕ ਅੰਮ੍ਰਿਤ ਮਾਨ ਦੇ ਗੀਤ ਵੀ ਬਹੁਤ ਆ ਰਹੀ ਹੈ ਫਰਮਾਇਸ਼। ਇੱਕ ਉਹਦਾ ਡਿਊਟ ਗੀਤ ਹੈ ਸਿਰਾਈ ਹੋ, ਉਹ ਵੀ ਇੱਕ ਸੁਣਾਉਣਾ ਪੈਣਾ। ਉਸ ਤੋਂ ਬਾਅਦ ਦੇਬੀ ਮਖਸੂਸਪੁਰੀ ਨੇ ਬਹੁਤ ਵਧੀਆ ਇੱਕ ਗੀਤ ਗਾਇਆ, ਉਹ ਵੀ ਸੁਣਾਉਣਾ। ਮੇਰੀ ਝਾਂਜਰ ਤੇਰਾ ਨਾਂ ਲੈਂਦੀ ਕਰੇ ਸ਼ਮ ਸ਼ਮ ਸ਼ਮ, ਮੇਰੀ ਝਾਂਜਰ ਤੇਰਾ ਨਾਂ ਲੈਂਦੀ ਕਰੇ ਸ਼ਮ ਸ਼ਮ ਸ਼ਮ, ਤੇ ਮੈਂ ਸਮਝਾਂ ਇਹ ਚੰਨ ਕਹਿੰਦੀ ਮੇਰੀ ਝਾਂਜਰ ਤੇਰਾ ਨਾਂ ਲੈਂਦੀ। ਗਿੱਧਿਆਂ 'ਚ ਹੋਵਾਂ ਜਾਂ ਮੈਂ ਝੂਮ ਝੂਮ ਨੱਚਦੀ, ਨਾ ਤੇਰਾ ਸਹੇਲੀਆਂ ਨਾ ਤੇਰਾ ਮੇਰੀਆਂ ਸਹੇਲੀਆਂ ਨੂੰ ਦੱਸ। ਨਿੱਕਾ ਨਿੱਕਾ ਰੋਵੇ ਨਾਲੇ ਮਿੱਠਾ ਮਿੱਠਾ ਹੱਸਦੀ, ਜੇ ਮੈਂ ਝਿੜਕਾਂ ਚੰਦਰੀ ਰੁੱਸ ਬਹਿੰਦੀ, ਮੇਰੀ ਝਾਂਜਰ ਤੇਰਾ ਨਾਂ ਲਈ। ਝਾਂਜਰ ਦੀਆਂ ਗੱਲਾਂ ਹੁੰਦੀਆਂ। ਮਾਹੀ ਕੋਲੋਂ ਸੰਗਦੀ ਸਿੰਘਾਂਦੀ, ਜਾਂ ਮੈਂ ਲੰਘਦੀ ਟੁੱਟ ਪੈਣੀ ਸੂਲੀ ਉੱਤੇ ਜਾਨ ਮੇਰੀ ਟੰਗਦੀ, ਭਿੱਜ ਜਾ ਪਸੀਨੇ ਨਾਲ ਤੇ ਮੈਂ ਜਾਵਾਂ ਕੰਬਦੀ, ਜਿਵੇਂ ਅੰਗ ਉੱਤੇ ਮਾੜੀ ਮਾੜੀ ਭੂਰ ਪੈਂਦੀ, ਮੇਰੀ ਝਾਂਜਰ ਤੇਰਾ ਹੀ ਨਾਂ ਲੈਂਦੀ। ਜਦੋਂ ਕਦੇ ਜੰਗ ਤੋਂ ਹੈ ਚਿੱਠੀ ਤੇਰੀ ਆਮਦੀ, ਰਾਤਾਂ ਨੂੰ ਇਹ ਲੁਕ ਲੁਕ ਰੋਂਵਦੀ ਤੇ ਗਾਂਵਦੀ, ਪੜ ਪੜ ਖੱਤ ਤੇਰਾ ਸੀਨੇ ਨਾਲ ਲਾਉਂਦੀ, ਨਿੱਤ ਸੁਪਨੇ 'ਚ ਮਾਹੀ ਦੇ ਕੋਲ ਰਹਿੰਦੀ, ਮੇਰੀ ਝਾਂਜਰ ਤੇਰਾ ਨਾਂ ਲੈਂਦੀ, ਮੇਰੀ ਝਾਂਜਰ ਤੇਰਾ ਨਾਂ ਲੈਂਦੀ। ਸਭ ਤੋਂ ਸਿਰੇ ਦਾ ਸਭ ਤੋਂ ਸਸਤਾ ਗਹਿਣਾ ਝਾਂਜਰ। ਸ਼ਿਵ ਬਟਾਲ ਵੀ ਲਿਖਦਾ ਹੈ। ਸਾਰਿਆਂ ਦਾ ਧੰਨਵਾਦ। 12:40 ਹੋਏ ਨੇ ਜੀ। ਇੱਕ ਬੇਨਤੀ ਕਰਨੀ ਹੈ
कई बार आदतां ना साडियां जिहड़ियां ओह उन्हां च कोई ना कोई कई बार बदलाव जिहड़ी करन दी जरूरत है। बदलाव किवें है? कोविड की तो गल चल हुण चली है, कोविड तो पहला भी एक जिहड़ा सानू ना आदत बहुत भैड़ी है, खास तौर ते पंजाबियां नूं। असीं किते भी कोई भी चिट्ठी पत्र बंद करना है जां असीं नोट गिणने है, असीं अपनी जीभ ते गूठा ला के ना नोट गिणदे। अच्छा एक होर देखी तेज तरार जिंदगी च अगे चिट्ठी जोड़ते होंगे ना, चिट्ठी का जिहड़ा उपरला ढक्कन जिहा जिहदे ते गूंद लगी होंदी है ना, वो जीभ ते घुमा दिंदे, एक पासे दूजे पासे नूं, एक पासे दो पासे। कई बार तां ही कहंदे नोट गिणदिआं दा थुक मुक जू। अज देखी गल मैं, बैंक दे विच बंदे ने चंगे भले पैसे लए, मूहरे ओह मूहरे गिण रही है 1 2 3 4, मूहरे बेचारी गोरी कर रहा चौड़ा गूठा 1.5 इंच का सी, जीभ ते लाता पूरा, जिवें जीभ ना होवे लुब्रीकेशन वाली दवात होवे। एक हत्थ च फड़ ले, चर 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 गिण के फेर कीते दूसर, उत्थे खड़े ने, दोबारा फेर थुक, गूठा फेर जीभ ते, 1 2 3, वो झाके यख कहण भी बस हट गई, क्योंकि कस्टमर का रौला ना पै जावे। नाले दुख च पता की मूहरे उत्थे खड़े ने जिहड़ा वो लाया मास्क मूंह तो। हुण एक तो जी करे बई खड़ के गल करा, समझावां, ते मैं गल ना पै जावे, गर्म होया जट $2000 जेब च गर्म, हुण तां गरमैश च बहुत है, हुण तां लाख रुपया सवा लाख होया, कहदा पिंड नूं फूक देंगे, लाख रुपया इकट्ठा हो गया। उत्थे यही कहंदे हुंदे ने टिकी रात जां जमीन करा लेनी रजिस्ट्री, जां वधिया खेती चो पैसे हो जाने, टिकी रात बाहरले बन्ने गेजे उन्हां दा जां पीना फूक देंगे। पिंड नूं फूकना पहला जरूरी है, होर काम नहीं कोई कर लिया, जाके अंदरों करिए नालियां साफ, ना कोई गल ना कोई कहानी, धड़ैक 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 वो बस। अच्छा उत्थे हुण सामने जिन्ने जानी इन्नी क मन नूं ना दुख होया, मजबूरी ਇਹ ਹੈ ਵੀ ਤੁਸੀਂ ਇੱਥੇ ਕਹਿੰਦੇ ਨਹੀਂ, ਅਗਲਾ ਕਹਿੰਦਾ ਵੀ ਤੂੰ ਕੌਣ ਹੈ ਬਈ। ਅੱਛਾ ਨੰਬਰ 2 ਨਾਲ ਇਸ ਗੱਲ ਤੇ ਇਹ ਵੀ ਮਨ ਨੂੰ ਹੋਇਆ ਵੀ ਯਾਰ ਮਜਬੂਰੀ ਇਹ ਹੈ ਵੀ ਆਦਤ ਹੈ, ਆਦਤ ਐਡੀਆਂ ਆਦਤਾਂ ਭੈੜੀਆਂ ਨੇ ਜਿਹੜੀਆਂ ਉਹ ਮਤਲਬ ਹੁਣ ਇਹ ਤੋਂ ਮਜਬੂਰੀ ਆ, ਕੁਛ ਨਹੀਂ ਹੋ ਸਕਦਾ ਵੀ ਹੁਣ ਇਹਨੂੰ ਕੀ ਕਹੀਏ। ਐਨ ਚੰਗਾ ਭਲਾ ਮਤਲਬ ਦੇਖਣ ਪਾਖਣ ਵਧੀਆ ਤੇ ਕਰਤਾ ਕੰਮ ਵੀ ਤੁਸੀਂ ਨੋਟ ਯਾਰ ਤੇਰੇ ਸਾਹਮਣੇ ਗਿਣਤੇ ਉਹਨੇ ਦੱਸਤਾ ਤੇ ਵੀ ਹੁਣ ਕਿਉਂ ਇਹ ਆਪਾਂ ਇਹਦੇ ਚ ਕੀ ਕਰਨਾ ਚਾਹੁੰਦੇ ਆ, ਹੁਣ ਕੀ ਕਰਾਉਣਾ ਚਾਹੁੰਦੇ ਆ। ਤੇ ਇਹ ਆਦਤ ਨਾ ਜਿੱਥੋਂ ਇੱਕ ਤਾਂ ਵੈਸੇ ਤੁਹਾਡੇ ਲਈ ਉਹ ਚੰਗੀ ਨਹੀਂ ਹੈ, ਇੱਕ ਨੰਬਰ 2 ਦੇਖਣ ਵਾਲੇ ਨੂੰ ਅੱਜ ਦੇ ਸਮੇਂ 'ਚ ਕੀ ਪਹਿਲਾਂ ਵੀ ਬਹੁਤ ਮਾੜੀ ਲੱਗਦੀ। ਜਿਹੜੇ ਚਿੱਠੀਆਂ ਪਿੰਡਾਂ 'ਚ ਪਾਉਂਦੇ ਹੁੰਦੇ ਸੀ ਲਿਖ ਕੇ, ਉਹ ਕਹਿੰਦੇ ਲੈ ਪਾ ਦੇ ਚਿੱਠੀ, ਉਹਨਾਂ ਦਾ ਉਹਦਾ ਬਿੰਦ ਲਾਉਂਦੇ ਇੱਕ ਬੰਨੇ ਲੈਫਟ ਟੂ ਰਾਈਟ, ਰਾਈਟ ਟੂ ਲੈਫਟ, ਜੀ ਬਾਹਰ ਤੇ ਉੱਪਰ ਦੀ ਲਿਫਾਫਾ ਐਕੋ ਵਜਾਂਦਾ, ਮਤਲਬ ਮੈਂ ਹੁਣ ਹੱਥ ਘੁਮਾ ਰਿਹਾ ਤੁਸੀਂ ਦੇਖ ਨਹੀਂ ਸਕਦੇ, ਤੇ ਬਸ ਖਤਮ ਕਹਾਣੀ। तो ਇਹ ਆਦਤ ਘਰ ਦੇ ਵਿੱਚ ਪਲੀਜ਼ ਸ਼ੇਅਰ ਕਰਿਓ, ਸੁਣਨ ਵਾਲੇ ਅੱਜ ਘਰ ਦੇ ਵਿੱਚ ਇਹ ਦੱਸਿਓ ਜ਼ਰੂਰ ਕਿ ਇਹ ਕੰਮ ਹੁਣ ਬੈਂਕ 'ਚ ਨਹੀਂ ਕਰਨਾ। ਨੋਟ ਜਿਹੜੇ ਗਿਣ ਲਏ ਉਸ ਤਰ੍ਹਾਂ ਹੀ ਨੋਟ ਗਿਣ ਲੈਣੇ ਨੇ, ਸਾਹਮਣੇ ਨੋਟ ਗਿਣੇ ਨੇ ਉਹਨੇ, ਇੱਥੇ ਘੱਟ ਵੱਧ ਨਹੀਂ ਦਿੰਦੇ। ਤੇ ਵੀ ਤੁਸੀਂ ਉਹਨੂੰ ਗਿਣ ਲਓ, ਹੱਥ 'ਚ ਗਿਣ ਲਓ, ਪਰ ਚੌੜਾ ਜਿਹੜਾ ਗੂਠਾ ਹੈ ਉਹ ਲੁਬਰੀਕੇਸ਼ਨ ਓਰੀਜਨ ਤੇ ਨਹੀਂ ਲੈ ਕੇ ਜਾਣਾ, ਔਟ ਤੇ, ਉਹ ਬਹੁਤ ਜ਼ਰੂਰੀ ਹੈ। तो ਇਹ ਜਿਹੜੀ ਨਾ ਹੁਣ ਬਾਕੀ ਤਾਂ ਗੱਲਾਂ ਨੇ ਬਈ ਆਹ ਕਰੋ, ਕੋਵਿਡ ਜੇ ਕਰੋ, ਉਹ ਕਰੋ, ਇਸ ਦਾ ਖਿਆਲ ਰੱਖੋ, ਉਸ ਦਾ ਖਿਆਲ ਰੱਖੋ, ਪਰ ਇਹ ਸਭ ਤੋਂ ਵੱਧ ਇਹ ਖਿਆਲ ਰੱਖਣ ਵਾਲਾ ਜਿਹੜਾ ਤੁਸੀਂ ਉਹ ਨੋਟਾਂ ਨੂੰ ਹੱਥ ਪਤਾ ਨਹੀਂ ਕਿੱਥੇ ਲੱਗਿਆ ਹੋ, ਕਿਹਦਾ ਲੱਗਿਆ ਹੋ, ਤੁਸੀਂ ਉਹ ਕੰਮ ਕਰਿਆ ਏ ਤੇ ਮੁੜ ਕੇ ਫੇਰ ਵਿੰਗੇ ਟੇਢੇ ਜਾਂ ਸਾਹ ਆਉਂਦੇ ਆ,
फिर बई आ हो गया वो तो गल्लां ही अपने आप नूं जिहड़ा साफ रखण दी कोशिश करो प्लीज, ये बहुत जरूरी है। होर भी जिहड़ा हुण बजुर्ग तुरे जांदे हुंदे ने बेचारे सड़क ते, नक बाहर है ते मूंह ढकिया होया, दस की करोगे तुसीं? दाढ़ी मंगू मतलब ठाठी आ पूरी पूरी वो ठाठी है जिहड़ी ओह तुहाडा मास्क थोड़ा ठाठी तुसीं बालां ते बन्नी हुई है। ये मूंह ते नक ढकण दी गल है। अच्छा, जां फिर परने दा गेड़ा दिता होया, 3-3 4-4 गेड़े दिते ने, साह नहीं आउंदा। जिवें मंडी च जांदे हुंदे जां गर्द उड़दी तां पग साफ दे उपर दी परना घुमा लेंदे ना। प्लीज ये बेनती है बैंक दे विच इस तरह नोट ना गिणो। सामने 4 बंदे आ, तुसीं मास्क लाया, मास्क ला के पिछले खड़े देखदे आ, मूहरे खड़े देखदे आ, ते तुसीं ओह गूठे दे नाल थुक ला के ओहनूं गिण रहे हो ते ਉਹਦੇ ਚ किन्ना क पता नहीं नोटां च की वायरस आ की ਉਹ ਚ है। ये बेनती मन्निओ प्लीज, दस्सिओ ਜਿਹੜੇ सुनदे ने घरे, आप भी हटिए। अब करदे ने बंदे ही ये नोट इस तरह गिणदे आ। करमजीत सिंह जी लाइन नंबर 2। ਸਤਿ ਸ੍ਰੀ ਅਕਾਲ ਜੀ। ਤੁਹਾਡੀ ਇਸ ਗੱਲ ਤੋਂ ਜੀ ਜਿਹੜੇ ਆਪਣੇ ਜਿੰਨੇ ਵੀ ਗਰੋਸਰੀ ਸਟੋਰ ਹੈਗੇ ਆ, ਉੱਥੇ ਜਦੋਂ ਵੀ ਤੁਸੀਂ ਲਿਫਾਫੇ ਖੋਲਦੇ ਨਾ, ਜਿਹੜੇ ਰੋਲ ਵਾਲੇ ਲਿਫਾਫੇ ਆ ਤੇ ਜਾਂ ਜਿਹੜੀਆਂ ਆਪਣੀਆਂ ਜਿਹੜੇ ਕੈਸ਼ੀਅਰ ਹੈਗੇ ਆ, ਜਦੋਂ ਉਹ ਉੱਥੇ ਉਹਨਾਂ ਦੇ ਸਪੰਜ ਵਾਲੇ ਪੈਡ ਰੱਖੇ ਹੋਏ ਆ, ਪਰ ਜਿੱਥੇ ਉਹਨਾਂ ਦੇ ਲਿਫਾਫੇ ਰੋਲ ਵਾਲੇ ਰੱਖੇ ਹੋਏ ਆ ਉੱਥੇ ਕਿਸੇ ਦਾ ਵੀ ਕੋਈ ਸਪੰਜ ਵਾਲਾ ਪੈਡ ਨਹੀਂ ਰੱਖਿਆ ਆ। ਪਾਣੀ ਦੇ ਨਾਲ ਵੀ ਤੁਸੀਂ ਹੱਥ, ਉਹ ਕਈ ਵਾਰੀ ਇੰਨੀ ਮੁਸ਼ਕਲ ਆਉਂਦੀ ਆ ਵੀ ਤੁਹਾਨੂੰ ਬੈਗ ਖੋਲਣ ਨੂੰ ਤੁਹਾਡੇ ਮੂੰਹ ਤੇ ਮਾਸਕ ਲੱਗਾ। ਉਹ ਬਹੁਤ ਵਾਰੀ ਮੈਂ ਸਟੋਰਾਂ ਤੇ ਕਿਹਾ ਪਲੀਜ਼ ਇੱਥੇ ਕੋਈ ਨਾਲ ਰੱਖ ਲਿਆ ਕਰੋ ਗਿੱਲਾ ਸਪੰਜ ਵਾਲਾ ਪੈਡ ਵੀ, ਜਿਹਦੇ ਕੇ ਬੈਗ ਖੋਲ ਆਸਾਨੀ ਰਵੇ। ਬਾਕੀ ਆ ਜਿਹੜੀ ਤੁਸੀਂ ਚਿੱਠੀ ਵਾਲੀ ਗੱਲ ਕੀਤੀ ਹੈ ਨਾ ਜੀ, ਇੰਡੀਆ ਜਦੋਂ ਅਸੀਂ ਵੀ ਸੀਗੇ, ਉਹ ਕਈ ਵਾਰੀ ਜੀਭ ਦੇ ਉੱਤੇ ਚਿੱਠੀ ਦਾ ਉਹ ਪੇਪਰ ਘੱਟ ਇੰਨਾ ਫਿਰ ਜਾਂਦਾ ਸੀਗਾ ਵੀ ਬਲੱਡ ਆ ਜਾਂਦਾ ਸੀਗਾ, ਪਰ ਉਹ ਗੱਲਾਂ ਦਾ ਇੱਥੇ ਆ ਕੇ ਸਮਝ ਲੱਗਦੀ ਵੀ ਉਹ ਕੰਮ ਨਹੀਂ ਕਰਨਾ ਚਾਹੀਦਾ। ਥੈਂਕ ਯੂ ਜੀ। ਬਿਲਕੁਲ ਜੀ, ਬਿਲਕੁਲ, ਧੰਨਵਾਦ। दूसरिया जड़ियां खबरां देश दियां अपने दी आ रही हैं, 2 लाख के करीब मौतां हो गई। यूट्यूब ते जिहड़ा ओह भरिया पिया ते मतलब बल्ले बल्ले होई पई है। हुण इहदे विचों ये आपां यूट्यूब शेयर करन दा काम नहीं करना, आपां इक्को ही काम करना है, ये पिछे सुनेहा देना पंजाब दे विच कि बचत की रखनी है। ਇੱਥੇ ਤਾਂ ਸਾਡੇ ਤਾਂ ਬਹੁਤ ਦੂਰ ਦਰਾਡੇ ਆਹ ਗਰਮੈਸ਼ ਵਾਲੀਆਂ ਚੀਜ਼ਾਂ ਮਸਾਂ ਆਉਂਦੀਆਂ, ਉੱਥੇ ਤਾਂ ਸਾਰਾ ਕੁਝ ਉੱਥੇ ਹੈ। ਉਹਨਾਂ ਨੂੰ ਕਿਉਂ ਵੀ ਪਾਣੀ ਦੇ ਵਿੱਚ ਕੀ ਕੀ ਉਬਾਲਣਾ ਸਵੇਰੇ, ਇਹ ਚੀਜ਼ ਇੱਕ ਕਾੜਾ ਬਣਾ ਕੇ ਉਹ ਸ਼ੁਰੂ ਕਰਵਾਓ ਉੱਥੇ। ਹਾਲਾਂਕਿ ਗਰਮੀ ਦੇ ਦਿਨ ਨੇ ਪਰ ਕੁਝ ਨਹੀਂ ਹੁੰਦਾ, ਥੋੜੀ ਬਹੁਤੀ ਗਰਮੈਸ਼ ਵਾਲੀ ਚੀਜ਼ ਜਿਹੜੀ ਤੁਹਾਡੇ ਇਮਿਊਨ ਸਿਸਟਮ ਨੂੰ ਕਾਇਮ ਰੱਖੇ। ਇੱਕ ਉਹਨਾਂ ਨੂੰ ਸਮਝਾਓ। ਇੱਕ ਉੱਥੇ ਇਹ ਬਹੁਤ ਗੱਲ ਚੱਲੀ ਆ ਵੀ ਸ਼ਰਾਬ ਆ ਜਿਹੜੀ, ਸ਼ਰਾਬ ਕੋਵਿਡ ਦੇ ਵਿੱਚ मतलब जे तुसी अज देखो ना, वैसे तो बहुत घट चैनल दिखाते ने, जे अल जजीरा ते जाओ, अल जजीरा.com ते जिहड़ा कतर दे विच है, तुसी देखियो दिल्ली दियां फोटोआं विद बॉडीज जिहड़ियां ने किवें लाइन च लगियां ने ते किस तरह जिहड़ियां चिखावां मच रहीआं ने। उन्हें वीडियो पाईयां होईयां ते किवें मतलब की कुछ हो रहा। डॉक्टर फड़े जा रहे ने जिहड़े महंगे टीके वेचते आ, महंगियां दवाइयां दिंदे आ, ते मतलब एक तां ये हो गया ना बई ये समा चल रहा, पर उस देश दे विच मतलब जिहड़ा इस समय दे विच फिर फायदा वो उन्होंने वो उत्थों ही होना, वो तां लेना ही लेना। बाकी बहुत फेक पोस्टर भी ने, जिवें टाइम मैगजीन ते मोदी उन्हां दी सुपर स्प्रैडर दा वो फेक आ, LK अडवाणी का वो ट्वीट फेक आ कि मैं इन्हों अगे करता, इन्होंने दोनों ने जोड़ी ने देश का करता, वो भी नहीं है। LK अडवाणी दे किते नहीं है, नवंबर तो बाद उसका कोई ट्वीट। तो ये भी ना आपां करिए, मतलब जिहड़ी गल हो गया है तो पता है हो गया, चलो वो देश दे विच उन्होंने केयर नहीं की, उत्थे समागम हो गए, उत्थे वोटां पै गईयां, पर अमरीका च, इटली च, इंग्लैंड च, कैनेडा च इतना पता आप सोचते भी असीं पढ़े लिखे हैं, सानू इत्थे फर्क नहीं। इहो जिहे समय मोदी ने की करता है, लोग की करते ने, की हो जूगा की नहीं, ये छड़ दिओ गल्लां कुछ समय।
ਆਪਣੇ ਲੋਕਾਂ ਨੂੰ, ਆਪਣੇ ਭਾਈਚਾਰੇ ਨੂੰ ਕੋਸ਼ਿਸ਼ ਕਰੋ ਦੱਸਿਆ ਜਾਵੇ, ਸਮਝਾਇਆ ਜਾਵੇ ਕਿ ਆਹ ਕਰ ਦੋ, ਇੱਥੋਂ ਸਾਂਭਿਓ, ਆਹ ਇੱਥੋਂ ਬਚਤ ਰੱਖੋ। ਇਹ ਕੋਸ਼ਿਸ਼ ਕਰੋ ਵੱਧ ਤੋਂ ਵੱਧ। ਇਹ ਬੇਨਤੀ ਹੈ ਕਿ ਇਹ ਸੁਨੇਹਾ ਤੁਹਾਡਾ ਬਹੁਤ ਜ਼ਰੂਰੀ ਹੈ, ਜਿਹੜਾ ਜਾਣਾ ਚਾਹੀਦਾ। ਇਹ ਸਮੇਂ ਦੇ ਵਿੱਚ ਇਹਦੀ ਜ਼ਰੂਰਤ ਹੈ। ਇਹਨੇ ਜਿਹੜਾ ਇਦੋਂ ਅੱਗੇ ਹੋਰ ਜਿਹੜੀ ਇਹ ਅੱਗੇ ਹੋਰ ਗੜਬੜ ਹੋਣੀ ਹੈ। ਮਤਲਬ ਹਲੇ ਜਿਵੇਂ ਦੱਸਦੇ ਨੇ ਨਾ ਬਈ ਹਲੇ ਪੀਕ ਤੇ ਜਾਣਾ ਮਈ ਦੇ ਫਸਟ ਵੀਕ, ਇਹਦੇ ਬਾਰੇ ਉਹ ਦੱਸਦੇ ਆ। ਤੇ ਪਰ ਕੋਸ਼ਿਸ਼ ਕਰੋ ਇਸ ਸਮੇਂ ਮਿਹਨਿਆਂ ਦੀ ਗੱਲ ਨਹੀਂ, ਇੱਕ ਦੂਜੇ ਨੂੰ ਇਹ ਨਾ ਕਰੋ। ਆਪਾਂ ਆਪਣਾ ਦੇਸ਼ ਦੇ ਵਿੱਚ ਜਿੱਥੇ ਤੁਹਾਡਾ ਬਾਹ ਲੱਗਦੀ ਹੈ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਸਮਝਾਈਏ ਕਿ ਇੱਥੋਂ ਕਰੋ, ਮਦਦ ਕਰ ਦਿਓ। 20-50 ਹਜ਼ਾਰ ਰੁਪਇਆ ਭੇਜਣਾ ਉਹ ਭੇਜ। ਇਹ ਔਖਾ ਸਮਾਂ, ਇਹ ਚੋਂ ਨਿਕਲਣਾ ਚਾਹੀਦਾ। ਔਲਖ ਜੀ ਲਾਈਨ ਨੰਬਰ 2। ਜੀ ਹੈਲੋ ਜੀ। ਹਾਂਜੀ ਤੁਸੀਂ ਉੱਥੋਂ ਦੀ ਗੱਲ ਕਰਦੇ ਰੁਪਈਆ ਜਿਹੜਾ ਨਹੀਂ ਉੱਥੇ ਗਿਣਦੇ। ਯੂ ਬਲੀਵ ਮੀ ਵੀ ਮੈਂ ਜਦੋਂ ਉੱਥੇ ਜਾਂਦਾ ਸੀ ਨਾ ਮੈਂ ਮੁੜ ਕੇ ਉਹਨਾਂ ਨੂੰ ਟੱਚ ਕਰਨਾ ਹੀ ਬੰਦ ਕਰ ਦਿੱਤਾ ਸੀ। ਮੇਰੀਆਂ ਨਾਸਾਂ ਨੂੰ ਚੜ੍ਹਦਾ ਸੀ ਜਦੋਂ ਵੀ ਉਹ ਰੁਪਈਏ ਫੜੀਦੇ ਸੀ ਨਾ, ਉਹਨਾਂ ਜੋ ਸਮੈਲ ਆਉਂਦੀ ਸੀ ਉਹ ਵਾਇਰਸ ਨਾਲ ਭਰੇ ਹੀ ਹੁੰਦੇ ਸੀ। ਮੈਂ ਮੁੜ ਕੇ ਚੁੱਕਣੇ ਹੀ ਬੰਦ ਕਰ ਦਿੱਤੇ, ਮੈਂ ਹੱਥ ਲਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਮੈਨੂੰ ਉਹ ਜ਼ੁਕਾਮ ਜਿਹਾ ਹੋ ਗਿਆ ਸੀ। ਉਸ ਵੇਲੇ ਨਾਸਾਂ ਬੰਦ ਹੋ ਗਈ। ਸੋ ਉੱਥੋਂ ਦੀ ਹਾਲਤ ਬਹੁਤ ਮੰਦੀ ਹੈ। ਦੂਜਾ ਉੱਥੇ ਜਿਹੜਾ ਆ COVID-19 ਦਾ ਫਾਇਦਾ ਉਠਾ ਰਹੇ ਨਾ, ਇੱਥੇ ਕੈਨੇਡਾ ਵੀ ਫਰੀ ਨਹੀਂ ਜੀ। ਮੇਰੀ ਇੱਕ ਗੱਲ ਧਿਆਨ ਨਾਲ ਸੁਣਨ ਵਾਲੀ ਜੀ, ਜਿਹੜੇ ਅਸੀਂ ਆਹ ਬੂਟੇ ਬਾਟੇ ਖਰੀਦਦੇ ਨਾ ਸਬਜ਼ੀਆਂ ਲਾਉਣ ਨੂੰ ਬਾਹਰ ਨੂੰ, ਅਜੇ ਅੱਧਾ ਮਤਲਬ ਇੰਚ ਬਣੀ ਗਈ ਉਹ ਤਾਂ ਨਿਕਲੇ ਤੇ $4-5 ਦੇ ਮੰਗਣ ਡਏ ਉਦਾਂ ਦੇ। ਤੇ ਉਹ ਅਸੀਂ 2-3 ਫੈਮਲੀ ਮੈਂ ਵੇਖਿਆ ਆਪਣੇ ਦਾਲੇ ਕਰਦੇ, ਇਹਨਾਂ ਨੇ ਕਿਹਾ ਅਸੀਂ ਲਾਉਣੇ ਹੀ ਨਹੀਂ ਗਏ। ਉਸੇ ਤਰ੍ਹਾਂ ਪੈ ਮੇਰੇ ਵੀ ਉਸੇ ਤਰ੍ਹਾਂ ਥਾਂ ਪਿਆ ਵਾ। ਤੇ ਹੋਰ ਵੀ ਜੋ ਮੈਂ ਉੱਥੇ ਲੈਣ ਗਿਆ ਸੀਗਾ ਉੱਥੋਂ ਤੁਰਿਆ ਸੀ, ਲੋਕ ਉਹ ਕਹਿੰਦੇ ਅਸੀਂ ਲਾਉਣੇ ਹੀ ਨਹੀਂ ਗਏ। ਸੋ ਚੰਗੀ ਗੱਲ ਹੈ, ਬਾਈਕਾਟ ਕਰ ਦੇਣਾ ਨੂੰ। ਇਹ ਲੁੱਟ ਰਹੇ ਜੇ। ਜਿਹੜੀ ਚੀਜ਼ $10 ਦੀ ਸੀ ਨਾ ਪਿਛਲੇ ਸਾਲ ਵੇਚਦੀ $10 ਦਾ, ਅੱਜ ਉਹ 40-50 ਨੂੰ ਉੱਥੇ ਲੱਗੇ ਉੱਤੇ 40 ਤੋਂ ਘੱਟ ਦੀਆਂ ਦੇ ਰਹੇ। ਕੋਈ ਵੀ ਟਰੀ ਲੈਣਾ ਜਿਹੜਾ ਤੁਸੀਂ ਲਾਉਣਾ ਵਾ $60 ਤੋਂ ਕੋਈ ਘੱਟ ਨਹੀਂਗਾ, ਜਿਹੜਾ $10 ਦਾ ਦੇ ਅੱਜ ਤੋਂ 2 ਸਾਲ ਪਹਿਲਾਂ। ਸੋ ਇਹ ਜਿਹੜੀ ਚੀਜ਼ ਆ ਇੱਥੇ ਵੀ ਉਹ ਮਤਲਬ ਠੀਕ ਨਹੀਂਗਾ। ਇੱਥੇ ਵੀ ਲੁੱਟ ਜਿਹੜੀ ਆ ਜਾਰੀ ਆ, ਲੈ ਰਹੇ ਦੇ ਲੋਕ। ਉਹੋ ਹੀ ਚੀਜ਼ ਜਿਹੜੀ ਆ ਦੇਖ ਲਓ ਤੁਸੀਂ ਵੀ ਮਿਰਚ ਦਾ ਬੂਟਾ ਵੀ ਅਜੇ ਅੱਧਾ ਇੰਚ ਉਹ ਹੈਗਾ ਤੇ ਉਹਦਾ $5 ਲੈ ਰਹੇ ਨੇ। ਕਿਊਕੰਬਰ ਦਾ ਜਿਹੜਾ ਉਹ ਅਜੇ ਉੱਗਿਆ ਹੀ ਨਹੀਂਗਾ ਤੇ ਉਹਦੇ ਵਿੱਚ $5 ਲਾ ਰਹੇ ਨੇ। ਦੱਸੋ ਇਹ ਕੋਈ ਸੈਂਟਾਂ ਦੇ ਵਿੱਚ ਹੁੰਦੇ ਸੀ ਜਦੋਂ ਅਸੀਂ ਪਹਿਲੋਂ ਖਰੀਦਦੇ ਹੁੰਦੇ ਅੱਜ ਤੋਂ 2-3 ਸਾਲ ਪਹਿਲਾਂ। ਅੱਜ $5-6 ਤੋਂ ਘੱਟ ਨਹੀਂ ਮਿਲਦਾ। ਸੋ ਇਹ ਇੱਥੇ ਵੀ ਬਿਲਕੁਲ ਇਹ ਗੱਲ ਜਿਹੜੀ ਹੈ ਨਾ ਉਹ ਇੰਡੀਆ ਵਾਲੀ ਹੈ। ਲੁੱਟ ਘਸੋਟ ਇੱਥੇ ਵੀ ਹੈਗੀ ਜੇ ਬਹੁਤ ਜ਼ਿਆਦਾ। ਤੇ ਚੰਗੀ ਗੱਲ ਹੈ, ਬਾਈਕਾਟ ਹੀ ਕਰੋ, ਐਤਕੀ ਦੀ ਲਾਓ ਹੀ ਨਾ ਕੁਛ। ਥੈਂਕ ਯੂ ਵੈਰੀ ਮਚ। ਜੀ ਗੱਲ ਜਿਹੜੀ ਔਲਖ ਸਾਹਿਬ ਕਹਿ ਕੇ ਗਏ ਆ, ਮੈਂ ਕੱਲ ਵੀ ਗੱਲ ਕਰਦਾ ਸੀ। ਇਹ ਤਾਂ ਚਲ ਛੱਡੋ, ਆਪਣੇ ਤਾਂ ਛੋਟਾ ਕੰਮ ਹੈ। ਗਰੋਸਰੀ 'ਚ ਤੁਸੀਂ ਜਾ ਕੇ ਤਾਂ ਦੇਖਿਓ, ਵੱਡੇ ਸਟੋਰ ਇੱਕ ਕੋਈ ਚੀਜ਼ ਇੱਕ ਗਿਣ ਲਓ ਜੇ ਅਗਲੇ ਹਫ਼ਤੇ ਉਹ 'ਚ 50 ਜਾਂ $1 ਨਾ ਪਾਇਆ ਹੋਵੇ। ਦੱਸੋ ਕਿਹੜੀ ਘਾਟ ਹੋ ਗਈ ਕੈਨੇਡਾ ਦੇ ਵਿੱਚ, ਕਿਹੜੀ ਅਮਰੀਕਾ 'ਚ ਘਾਟ ਹੋ ਗਈ। ਗੱਡੀਆਂ ਆਉਂਦੀਆਂ ਨੇ, ਕਾਰਾਂ ਜਾਂਦੀਆਂ ਨੇ, ਟਰੱਕ ਜਾਂਦੇ ਨੇ, ਸਮਾਨ ਲੈ ਕੇ ਆਉਂਦੇ ਨੇ। ਕਾਹਦੇ ਲਈ ਛਿੱਲ ਲੈ ਰਹੀ ਹੈ? ਤੁਸੀਂ ਦੇਖੋ ਤਾਂ ਸਹੀ, ਆਪਣੇ ਆਲੇ ਦੁਆਲੇ ਵੀ ਦੇਖੋ। ਤਰੱਕੀਆਂ ਜਿਹੜੀਆਂ ਉਹ ਕਿਤੇ ਅਸਮਾਨਾਂ ਨੂੰ ਲੋਕ ਛੂਹ ਰਹੇ। ਅਸੀਂ ਜਿਹੜੇ ਸਿਸਟਮ 'ਚੋਂ ਆਏ ਸੀ ਕਿ ਉੱਥੇ ਬਈ ਅਮੀਰ ਅਮੀਰ, ਗਰੀਬ ਗਰੀਬ, ਇੱਥੇ ਦੇਖ ਲਓ ਸਰੀ 'ਚ ਮਾਰ ਲਿਓ ਨਿਗਾਹ 15-18 ਸਾਲਾਂ 'ਚ ਕਿੱਥੇ ਕਹਾਣੀ ਖੜੀ ਹੈ। ਹੁਣ ਜਿਹਨਾਂ ਕੋਲ ਆ ਗਏ ਉਹਨਾਂ ਨੂੰ ਵੀ ਹੁਣ ਦਿਖਾਵਾਂ ਕਿਵੇਂ, ਕਿਹੜੀ ਚੀਜ਼ ਕਰਾਂ ਜਿਹਦੇ ਨਾਲ ਹੁਣ ਮੈਂ ਮਾੜਾ ਜਿਹਾ ਗੇੜਾ ਪਤਾ ਤਾਂ ਲੱਗੇ ਵੀ ਆਹ ਲੰਘ ਗਈ, ਆਹ ਹੋ ਗਿਆ। ਫੇਸਬੁੱਕ ਤੇ ਮੈਂ ਕੀ ਪਾਵਾਂ, ਕਿੱਥੇ ਦਿਖਾਵਾਂ, ਕਿਹੜਾ ਘਰ ਦਿਖਾਵਾਂ, ਕਿਹੜੀ ਕਾਰ ਦਿਖਾਵਾਂ, ਜਿਹਦੇ ਨਾਲ ਮਾੜਾ ਜਿਹਾ ਲੂਣ ਤਾਂ ਜਿਹੜਾ ਜ਼ਖਮ ਤੇ ਪਾਇਆ ਜਾਵੇ। ਅਮੀਰਾਂ ਨੂੰ, ਜਿਹੜੇ ਲੋਕ ਅਮੀਰ ਨੇ, ਵੇਖਿਓ ਵੀ ਕਿਵੇਂ ਉਹ ਜਿਉਂਦੇ ਨੇ ਆਪਣੀ ਕਮਿਊਨਿਟੀ ਦੇ ਵਿੱਚ, ਕਿਵੇਂ ਕਮਿਊਨਿਟੀ ਨੂੰ ਪੇ ਬੈਕ ਕਰਦੇ ਆ। ਤੇ ਇਹੀ ਕੁਝ ਸਾਨੂੰ ਵੇਖਣਾ ਚਾਹੀਦਾ। ਜਾਂ ਤਾਂ ਜਿਹੜੀਆਂ ਘਟਿੱਤਾਂ ਕੀਤੀਆਂ ਉਹ ਵੀ ਨਾਲ ਹੀ ਆਉਣੀਆਂ ਚਾਹੀਦੀਆਂ ਫੇਸਬੁੱਕ ਤੇ ਵੀ ਇੱਥੇ ਆਹ ਡੂੰਘਿਆ ਤਾਂ ਬਣੇ ਨੇ।
ਸੋ ਇਹ ਜਿਹੜੀ ਆ ਇਹ ਵਰਤਾਰਾ ਜਿਹੜਾ ਅਸੀਂ ਛੱਡ ਕੇ ਆਏ ਸੀ, ਉਹੀ ਵਰਤਾਰਾ ਉਹ ਤਾਂ ਸਾਡਾ ਉਹਨੇ ਖਹਿੜਾ ਨਹੀਂ ਛੱਡਣਾ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕ ਜਿਹੜੇ ਪੀਸੇ ਗਏ ਇਹਦੇ ਵਿੱਚ ਬੁਰੇ ਤਰੀਕੇ ਨਾਲ, ਇਹ ਮਹਿੰਗਾਈ ਦੀ ਦਰ ਜਿਹੜੀ ਬੰਨੀ ਜਾਣੀ ਉਹ ਬੰਨੀ ਹੋ ਜਾਣੀ ਆ। ਇੱਕ ਬੇਨਤੀ ਸੁਣ ਲਿਓ, ਹੁਣ ਜਿਹੜਾ ਆ ਪਿਛਲੇ 7-8 ਮਹੀਨੇ ਚੱਲਿਆ ਨਾ ਵੀ 50 ਆਫਰਾਂ ਆ ਗਈਆਂ, 60 ਆ ਗਈਆਂ, 7.5 ਵਾਲਾ 10.5 ਦਾ ਵੇਚਤਾ, 11 ਦਾ ਵੇਚਤਾ, ਅੱਜ ਹੀ ਲੈ ਆਓ ਜੇ ਲੈ ਕੇ ਆਉਣਾ, ਅਨਕੰਡੀਸ਼ਨ ਕੋਈ ਨਾਨ ਸਬਜੈਕਟ ਹੋਵੇ, ਕੈਸ਼ ਦੀ ਆਫਰ ਚਾਹੀਦੀ ਹੈ, ਅੱਜ ਇਹ ਮਿਲੂ, ਕੱਲ ਨੂੰ ਨਹੀਂ ਇਹ ਚੀਜ਼ ਮਿਲਣੀ, ਅੱਜ ਇਹ ਲੈ ਲਓ। ਇਹ ਹੁਣ ਆਮ ਹੀ ਮਿਲਣ ਲੱਗ ਗਿਆ। ਥੋੜਾ ਜਿਹਾ ਨਿਗਾਹ ਰੱਖਿਓ। ਹੁਣ ਤੇ ਜਿਹੜਾ ਅਖੀਰ ਦੇ ਵਿੱਚ ਨਾ ਉਹ ਬਹੁਤ ਫਸਦੇ ਆ, ਠੰਡ ਜਾਂਦੀ ਵੀ ਤੰਗ ਕਰਦੇ, ਠੰਡ ਆਉਂਦੀ ਵੀ ਤੰਗ ਕਰਦੀ। ਹੁਣ ਕੋਈ ਫਸਿਓ ਨਾ, ਖਿਆਲ ਰੱਖਿਓ, ਕੀਮਤ ਵੇਖ ਕੇ ਪ੍ਰਾਪਰਟੀ ਦੀ ਹਿਸਾਬ ਦੇ ਨਾਲ ਉਹਦੀ ਆਫਰ ਕਰਿਓ, ਕੋਈ ਕਾਹਲੀ ਨਹੀਂ, ਮਰਜਾ ਕੰਮ ਨਿਬੜ ਗਿਆ। ਉਹ ਆਰਜੀ ਤੌਰ ਤੇ ਸੀ ਸਾਊਥ ਆਫ ਫਰੇਜ਼ਰ, ਤੇ ਇਹ ਆਰਜੀ ਤੌਰ ਤੇ ਹਾਂ ਜਿਹੜੀਆਂ ਕੀਮਤਾਂ ਠੀਕ ਨੇ ਉਹਦੇ ਹਿਸਾਬ ਨਾਲ ਪ੍ਰਾਪਰਟੀ ਵਿਕੀ ਜਾਣੀ ਹੈ, ਪਰ ਉਹ ਚੀਜ਼ ਨਾ ਕਰਿਓ ਹੁਣ ਵੀ 60 ਆਫਰਾਂ 50 ਆਫਰਾਂ। ਇਹ ਹੁਣ ਬੁਕਚੂ ਬੋਲਣ ਵਾਲਾ, ਉੱਥੇ ਕਹਾਣੀ ਫੇਰ ਆ ਜਾਣੀ ਹੈ। ਤੇ ਨਾਲ ਕਿਤੇ ਵੀ ਫਿਊਚਰ ਡਿਵੈਲਪਮੈਂਟ ਲਈ ਪੈਸੇ ਦਿੰਦੇ ਹੋ, ਕਾਗਜ਼ ਪੱਤਰ ਵਗੈਰਾ ਦੇਖ ਲਿਓ, ਆਪਸ਼ਨ ਕੋਈ ਰਜਿਸਟਰਡ ਕਰ ਲਿਓ। ਨਾਨ ਡਿਵਾਈਡਡ ਅਨਡਿਵਾਈਡਡ ਪ੍ਰਾਪਰਟੀ ਤੇ ਕੁਝ ਪੈਸਾ ਨਾ ਦੇ ਬੈਠੇ ਹੋ। ਕੋਈ ਲਿਖਤ ਪੜ੍ਹਤ ਹੈ ਜਿਹੜੀ, ਜਾਂ ਫਿਰ ਜੇ ਦੇਣਾ ਕਿਸੇ ਦੇ ਘਰ ਤੇ ਕੋਈ ਜਿਹੜਾ ਕੋਈ ਮੰਗਦਾ ਉਹਦੇ ਘਰ ਘੁਰ ਨੂੰ ਬੰਨ ਲਿਓ, ਬਿਜ਼ਨਸ ਨੂੰ ਬੰਨ ਲਿਓ ਵੀ ਕਿਤੋਂ ਲੈ ਤਾਂ ਸਕੋ। ਉਹ ਪ੍ਰਾਪਰਟੀ ਜਿਹਦੇ ਤੇ ਲਾ ਕੇ ਬੈਠੇ ਹੋ, ਨਾ ਉਹ ਡਿਵੈਲਪ ਹੋਈ, ਉਧਰੋਂ ਤੁਹਾਡੇ ਨਾਲ ਮੁੜੇ ਔਖਾ ਹੋ ਜੂ। ਕੱਚੇ ਪੈਰੀ ਨਾ ਦਿਓ, ਚਾਹੇ 20,000 ਆ, ਚਾਹੇ 50, ਕੋਈ ਲੱਖ ਆ, ਕੋਈ 5 ਆ, ਬਹੁਤ ਔਖੇ ਮੁੜਦੇ ਆ। ਸੋ ਉਹ ਜਿਹੜੀਆਂ ਬਹੁਤ ਘੱਟ ਨੇ ਜਿਹੜੇ ਕਹਿਣਗੇ ਆ ਚੱਕੋ ਆਪਣੇ ਲੈ ਜਾਓ, ਮੈਨੂੰ ਨਹੀਂ ਤੁਹਾਡੇ ਨਹੀਂ ਚਾਹੀਦੇ, ਆ ਲੈ ਜਾਓ ਵਿਆਜ ਦੇ ਨਾਲ, ਆਪਣੇ ਨਾਲ ਲੈ ਜਾਓ। ਜੇ ਡਿਵੈਲਪਮੈਂਟ ਦੇ ਪੈਸੇ ਬਣ ਜਾਣ ਤਾਂ ਸਾਡੀ ਡਿਵੈਲਪਮੈਂਟ ਆ, ਬਿਜ਼ਨਸ 'ਚ ਘਾਟੇ ਪੈ ਗਏ ਤਾਂ ਵਿਆਜ ਨਾਲ ਮੋੜ ਦਿਓ ਸਾਡੇ। ਸੋ ਇਹ ਜਿਹੜਾ ਹੁਣ ਜਿਹੜਾ ਸਮਾਂ, ਇੱਕ ਮਹਿੰਗਾਈ ਬਹੁਤ ਹੋ ਗਈ ਕਿਤੇ ਵੀ। ਅੱਗੇ ਲਾਟਾਂ ਵਾਲਿਆਂ ਦਾ ਤੁਹਾਨੂੰ ਪਤਾ 18-19 ਚ ਕਿਵੇਂ ਖਹਿੜਾ ਕਲੋਵਰਡੇਲ ਦੇ ਵਿੱਚ ਕਲੇਟਨ ਚ ਛਡਾਇਆ ਸੀ, ਤੇ ਜਦ ਕੰਮ ਨਿਕਲ ਜਾਂਦਾ ਫਿਰ ਤਾਂ ਬੰਦੇ ਨੂੰ ਐ ਹੋ ਜਾਂਦਾ ਵੀ ਨਹੀਂ ਹੁਣ ਤਾਂ ਨਿਕਲ ਗਿਆ ਕੰਮ, ਪਰ ਉਹ ਬਹੁਤ ਔਖਾ ਸੀ। ਮਹਿੰਗਾ ਹੋ ਗਿਆ, ਮਹਿੰਗੇ ਹੋਣ ਤੋਂ ਬਾਅਦ ਉਹ ਕਹਿੰਦੇ ਆਪਣੇ ਪੈਸੇ ਲੈ ਜਾਓ ਬਾਹਰ, ਨਹੀਂ ਜਾ ਕਰ ਲਓ ਵਕੀਲ ਕਰਨਾ। ਤੁਸੀਂ ਕਾਹਦਾ ਵਕੀਲ ਕਰਨਾ, ਤੁਹਾਡਾ ਲੱਖ ਉਹਨਾਂ ਕੋਲ ਪਿਆ, ਉਹਦੇ ਵਿੱਚੋਂ ਹੀ ਉਹਨਾਂ ਨੇ ਤੁਹਾਡੇ ਵਕੀਲ ਤੇ ਲਾ ਦੇਣੇ ਨੇ। ਕਿਸੇ ਨੂੰ ਨਾ ਕੁਝ ਨਾ ਕਰਿਓ। ਬਹੁਤ ਚੰਗਾ ਲੱਗਦਾ ਵੀ ਆਹ ਬੁੱਕ ਕਰਾ ਲਾ, ਆਹ ਦੇ ਦੇ, ਆਹ ਲੈ ਲਾ, ਕਾਹਦੇ ਤੇ ਦਊਂਗੇ, ਕਾਹਦੀ ਬੁਕਿੰਗ? ਕੋਈ PID ਨੰਬਰ ਹੈ, ਕੋਈ ਤੁਹਾਡੇ ਯੂਨਿਟ ਦਾ ਨੰਬਰ ਹੈ, ਕੁਛ ਹੈ ਜਿਹਦੇ ਤੇ ਆਪਸ਼ਨ ਰਜਿਸਟਰ ਕਰੋਗੇ, ਵਕੀਲ ਦੇ ਰਾਹੀਂ ਆਪਸ਼ਨ ਰਜਿਸਟਰ ਕਰਨੀ ਹੈ। ਭਾਈ ਸਾਹਿਬ ਮੈਂ ਆਪਣੇ ਹਿੱਸੇ ਦੀ, ਜੇ ਅਨਡਿਵਾਈਡਡ ਆ ਸਾਡਾ ਸ਼ੇਅਰ ਲਿਖਦੇ ਇੰਨੇ ਪੈਸੇ ਦੀ ਕੀਮਤ ਪਾ ਕੇ, ਮੇਰਾ 5 ਬਣਦਾ, 7 ਬਣਦਾ, 10 ਬਣਦਾ। ਜੇ ਡਿਵਾਈਡਡ ਹੈ ਤਾਂ ਮੈਨੂੰ PID ਨੰਬਰ, ਮੇਰੀ ਯੂਨਿਟ ਦਾ ਨੰਬਰ ਦੇ, ਮੇਰੀ ਲਾਟ ਦਾ ਨੰਬਰ। ਬਿਨਾਂ ਵਕੀਲ ਤੋਂ ਪੈਸਾ ਨਾ ਦਿਓ, ਐਨ ਲਿਖਤ ਕਰਕੇ ਦਿਓ। ਕੱਲ ਨੂੰ ਫੇਰ ਜ਼ਬਤ ਤੇ ਫਿਰੋਗੇ, ਜਦ ਘਾਟਾ ਪੈਣਾ, ਜਦ ਵਾਧਾ ਹੋਣਾ, ਜਦ ਵੀ ਤੁਹਾਡੇ ਹਿੱਸੇ ਹੋ। ਜਿਹੜੇ ਤੁਸੀਂ ਮੈਂ ਸਾਰੇ ਆ, ਜਿੱਦਣ ਘਾਟਾ ਪੈਣਾ ਤਾਂ ਵੀ ਤੁਹਾਡੇ ਹਿੱਸੇ ਹੀ ਹੋਣਾ, ਕਿਸੇ ਨੇ ਨਹੀਂ। ਇੱਥੇ ਤਾਂ ਸਿਆਣੇ ਬੰਦੇ ਹੱਥ ਦੇ ਹੱਥ ਮਾਰ ਕੇ ਬਿਜ਼ਨਸ ਵਾਲੇ ਕਹਿੰਦੇ ਕੋਲੋਂ ਪੈਸੇ ਨਾਲ ਥੋੜਾ ਬਿਜ਼ਨਸ ਕਰੀਦਾ। ਇਉਂ ਕਹਿੰਦੇ ਆ ਅਗਲੇ, ਜਿਨ੍ਹਾਂ ਨੂੰ ਤਰੀ ਨਾਲ ਮਿਲਦੀ ਹੈ ਨਾ ਰੋਟੀ, ਉਹ ਕਹਿ ਲਾ ਕੋਲੋਂ ਬਿਜ਼ਨਸ ਕਰੀਦਾ ਕਿਤੇ ਪੈਸੇ ਪਾ ਕੇ। ਤੁਹਾਡੇ ਵਰਗੇ ਕਮਲੇ ਬਹੁਤ ਫਿਰਦੇ ਤੁਰੇ, ਇੱਕ ਨੇ ਜਾਣਾ 2 ਹੋਰ ਆ ਜਾਣੇ ਨੇ। ਭਾਈ ਚੱਕੀ ਗੁੱਸੇ ਦੀ ਕਹਾਣੀ ਲੰਮੀ ਹੈ, ਕਰਦਾ ਹੁਣੇ ਸ਼ੁਰੂ 5-4 ਮਿੰਟ ਪਹਿਲਾਂ। ਕਰਮਾਂ ਦਾ ਸਫ਼ਰ। ਅਨੂਪ ਕੌਰ ਪੂਜਾ ਪਾਠ ਕਰਨ ਵਾਲੀ, ਰੱਬ ਦੀ ਵਿਰਤੀ ਚ ਰਹਿਣ ਵਾਲੀ ਇਸਤਰੀ ਸੀ। ਜੋਗਾ ਸਿੰਘ ਹਰ ਰੋਜ਼ ਦਾਰੂ ਪੀਂਦਾ। ਹਰ ਕੌਰ ਜੋਗਾ ਸਿੰਘ ਦੇ ਨਾਲ ਗੱਲ। ਅਨੂਪ ਕੌਰ ਨੇ ਕੀਰਤਨ ਸੋਹਲੇ ਦਾ ਪਾਠ ਕਰਕੇ ਗੁਟਕਾ ਸਾਹਿਬ ਟਾਣ ਤੇ ਰੱਖਿਆ। ਜੋਗੇ ਕੋਲ ਮੰਜੇ ਤੇ ਹੈਗੀ। ਜੋਗਾ ਸਿੰਘ ਪੈਗ ਸ਼ੈਗ ਲਾਇਆ, ਕਰਾਰਾ ਹੋਇਆ ਸੀ। ਲਾਲਟਨ ਜੀ, ਸਰਦਾਰ ਜੀ, ਹਾਂ ਬੋਲ ਬੀਜੀ, ਮੁੰਡਾ ਕਰਦੇ ਰਹਿੰਦੇ ਨੇ। ਫਿਰ ਮਾੜਾ ਕਹਿੰਦੀ ਹੈ, ਈਗੀ ਤਾਂ ਕਹਿੰਦੀ ਆ ਮੁੰਡਾ ਚਾਹੀਦਾ ਲੋਗੜ ਵਰਗਾ ਤੇ ਘਾਣਾ ਵਰਗਾ, ਜਿਹੜਾ ਜੰਮਦਾ ਹੀ ਨੱਕੇ ਮੋੜੇ, ਉਹੋ ਜਿਹਾ ਮੁੰਡਾ ਚਾਹੀਦਾ। ਤੇ ਦਾਰੂ ਛੱਡ ਕੇ ਤੁਸੀਂ ਗੁਰੂ ਵਾਲੇ ਬਣੋ ਅਰਦਾਸ। ਹੋਰ ਨਾ ਕਹਿਦੀ ਕੁਛ, ਦਾਰੂ ਛੱਡ ਕੇ। ਕੱਲ ਨੂੰ ਤੂੰ ਕਹੇਗੀ ਅੰਮ੍ਰਿਤ ਛਕ ਲੈ, ਤੇ ਅੰਮ੍ਰਿਤ ਛਕਾਉਣ ਨੂੰ ਕਹੇਗੀ
ਆਪਣਾ ਗਿਆਨ ਆਪਣੇ ਕੋਲ ਰੱਖ, ਸੰਤਨੀ ਨਾ ਵਾਲੀ ਬਣੀ। ਦਾਰੂ ਦੱਪੇ ਬਿਨਾ ਨਹੀਂ ਸਾਡੀ ਗੱਲ ਬਣਦੀ। ਮੇਰੇ ਤੇ ਗੇਜੇ ਨੇ, ਅਸੀਂ ਤਾਂ ਦਾਰੂ ਨਿੱਤ ਪੀਣੀ ਹੈ। ਹੀਰ ਲਾਲਟਨ ਬੰਦ ਹੋ ਗਈ। ਅਨੂਪ ਕੌਰ ਆਸ ਨਾਲ ਅਸੀਂ ਦਿਨ ਪੂਰੇ ਹੋ ਗਏ, ਜੰਮਣ ਪੀੜਾ ਸ਼ੁਰੂ ਹੋ ਗਈ। ਦਾਈ ਅੰਬੋ ਲੈ ਆਂਦੀ। ਦਾਈ ਅੰਬੋ ਤੇ ਹਰ ਕੌਰ ਤੇ ਅਨੂਪ ਕੌਰ ਸਾਰੀ ਰਾਤ ਖੁਜਲਦੇ ਰਹੀਆਂ। ਅਖੀਰ ਜਵਾਕ ਨੇ ਕਲਕਾਰੀ ਮਾਰੀ। ਕੀ ਹੋਇਆ ਅੰਮਾ ਜੀ? ਹਰ ਕੌਰ ਨੇ ਨਾਮੋ ਦਾਈ ਨੂੰ ਪੁੱਛਿਆ। ਧੀ ਧਿਆਣੀ ਆਈ ਹੈ ਹਰਕੁਰੇ, ਪੋਤੀ ਦਿੱਤੀ ਹੈ ਤੈਨੂੰ ਰੱਬ ਨੇ। ਇਹਦੇ ਹੁੰਦੇ ਆ ਉਹੀ ਨਾਸ ਰੱਖਣੀ ਜਿਹਨੇ ਪਹਿਲਾਂ ਜਾਈ ਲక్ష్ਮੀ। ਨਾਮੋ ਦਾਈ ਨੇ ਬਹੁਤ ਮਾਣ ਨਾਲ ਕਿਹਾ, ਕਿੰਨੀ ਸੋਹਣੀ ਧੀ ਹੈ। ਹਰ ਕੌਰ ਨੇ ਬੁੱਲ ਤੇਰੇ ਮੂੰਹ ਸੰਘੋੜ ਲਿਆ। ਨੱਕ ਦੀ ਜਿਹੜੀ ਕੋਠੀ ਆ ਜਮਾ ਹੀ ਉੱਪਰ ਲੈ ਗਈ। ਲੌਂਗ ਜਮਾ ਹੀ ਜਿਹੜਾ ਨੱਕ ਸੀ ਇਕੱਠਾ ਕਰਤਾ ਬੁੜੀ ਨੇ। ਨਾਲ ਬੁੱਲ ਜਿਹੜੇ ਨੇ ਚੌੜੇ ਜਿਹੜੇ ਬਾਹਰ ਨੂੰ ਕੱਢ ਲਏ। ਮਲਮਲ ਦੀ ਚੁੰਨੀ ਮੂੰਹ ਤੇ ਲੈ ਗਈ। ਨਵੇਂ ਮੱਛੀ ਨੂੰ ਕੜਾਈਏ ਚ ਨਲਾਇਆ। ਹਰਕੁਰੇ ਨਾਮੋ ਬੋਲੀ, ਹਾਂ ਬੇਬੇ ਕੁੜੀ ਦੇ ਤਾਂ ਭਾਈ ਇੱਕ ਹੱਥ ਕਮਜ਼ੋਰ ਲੱਗਦਾ। ਨਾਮੋ ਨੇ, ਜੀ ਮੈਨੂੰ ਪਹਿਲਾਂ ਹੀ ਪਤਾ ਸੀ ਦਾਦੀ, ਮੈਨੂੰ ਪਹਿਲਾਂ ਪਤਾ ਸੀ ਲੂਲੀ ਲੰਗੜੀ ਜੰਮੂ। ਇਹਦਾ ਤਾਂ ਭਾਈ ਇਲਾਜ ਕਰਾਉਣਾ ਪਊ। ਇਲਾਜ ਨੂੰ ਮੈਂ ਕਿਤੇ ਬਾਹਰਲੇ ਮੁਲਕ ਨਾਲ ਇਹਨੂੰ ਤੋਰਦਾ। ਧੀ ਧਿਆਣੀ ਐ ਨਾ ਬੋਲ ਹਰਕੁਰੇ। ਨਾ ਧੀ ਧਿਆਣੀ ਨੂੰ ਮੈਂ ਚਿੱਠੀ ਪਾ ਕੇ ਸੱਦਿਆ ਦੀ। ਪੱਥਰ ਜੰਮ ਕੇ ਗਿੱਲੀ ਮਿੱਟੀ ਦਾ ਪੋਚਾ ਫੇਰਦਾ ਸਾਡੀ ਰੀਝਾਂ ਤੇ। ਉਹਨੇ ਬੈਠਕ ਚ ਬਹਿ ਕੇ ਜੋਗਾ ਸਿੰਘ ਬਾਹਰ ਬੈਠੇ, ਬਾਹਰਲੀ ਬੈਠਕ ਜੋਗਾ ਤੇ ਗੇਜਾ ਦਾਰੂ ਪੀ। ਕੁੜੀ ਜੰਮ ਕੇ ਧਰਤੀ, ਉਹ ਵੀ ਲੂੰਜੀ ਪੱਥਰ ਜੰਮਤਾ। ਜਾ ਕੇ ਬੇਬੇ ਨੇ ਕਿਹਾ, ਲਾਰ ਪੀ ਕੇ ਦੰਦੀਆਂ ਨਾ ਕੱਢੋ, ਸੋਚੋ ਕੁਛ, ਇਹ ਬੱਜੋ ਰੱਤੀ ਤੋਂ ਖਹਿੜਾ ਛਡਾਉਣਾ ਪੈਣਾ। ਹਰ ਕੌਰ ਨੇ ਤੇਜੀ ਆਦਾ ਆਪਣੇ ਰੱਬ ਨੇ ਕੋਈ ਫਿਰ ਬੈਰ ਹੀ ਕੱਢ ਲਿਆ ਬਾਈ ਕੋਈ ਆਪਣੇ ਨਾਲ। ਜੋਗਿਆ ਜੈ ਬਹਾਨ ਦਾ ਸੀ। ਹਾਏ ਓ ਰੱਬਾ, ਐ ਕਹਿ ਕੇ ਜੋਗੇ ਨੇ ਲੇਰ ਮਾਰੀ। ਅਨੂਪ ਕੌਰ ਨਿਢਾਲ ਹੋਈ ਪਈ ਸੀ। ਮੈਂ ਦੁਪਹਿਰੇ ਫੇਰ ਆਉਂਗੀ ਨੂੰਹ ਰਾਣੀਏ, ਮੰਜੇ ਤੋਂ ਨਾ ਉੱਠੀ, ਹਵਾ ਨਾ ਲੱਗ ਜੇ, ਆ ਕੇ ਢਿੱਡ ਮਲੂੰਗੀ ਤੇਰਾ। ਦੂਜੇ ਦਿਨ ਜੇਜਾ ਤੇ ਜੋਗਾ ਖੇਤ ਬੈਠੇ ਪੱਟੇ ਵੜਦੇ ਸੀ। ਪੱਟੇ ਕੁਤਰ ਕੇ ਪਸ਼ੂਆਂ ਨੂੰ ਆ ਕੇ ਪਾਏ ਤੇ ਰਾਹ ਵਾਲੀ ਬੈਠ ਕੇ ਬੱਚੇ ਲਾਲਟਨ ਬਾਲ ਕੇ ਦਾਰੂ ਪੀਣ ਲੱਗੇ। ਤਾਂ ਬੈਠੇ ਬੈਠੇ ਜੋਗੇ ਨੇ ਲੇਰ ਮਾਰੀ। ਰੋਣਾ ਮਰਦਾਂ ਨੂੰ ਮਿਹਣਾ, ਹੁਕਮ ਕਰ ਹੁਕਮ, ਤੇਰੇ ਲਈ ਫਾਹੇ ਲੱਗਣ ਨੂੰ ਤਿਆਰ ਆ ਮੈਂ। ਧੱਪ ਧੱਪ ਕਰਦਾ ਗੇਜੇ ਨੇ ਹੱਥ ਛਾਤੀ ਤੇ ਮਾਰਿਆ, ਖੜਕਾ ਹੋਇਆ। ਬੇਬੇ ਬਹੁਤ ਦੁਖੀ ਅਗੇ ਜਿਆ। ਸਾਰੀ ਉਮਰ ਸੁੱਖ ਨਹੀਂ ਦੇਖਿਆ। ਪਹਿਲਾਂ ਪਿਓ ਮਰ ਗਿਆ, ਮੈਂ ਜੰਮਿਆ, ਮੈਂ ਪਾਲਿਆ ਮਸਾਂ। ਹੁਣ ਆਹ ਇਹਨੇ ਆਹ ਜੰਮਤਾ ਪੱਥਰ। ਬੇਬੇ ਪੋਤਾ ਭਾਲਦੀ ਹੈ। ਦੁਖੀ ਤਾਂ ਸਾਰੇ ਹੀ ਹੈ। ਮੈਂ ਵੀ ਸੋਚਿਆ ਸੀ ਭੰਗੜੇ ਪਾਵਾਂਗੇ, ਪਰ ਕਾਲਜਾ ਹੀ ਫੂਕਤਾ ਸ਼ਰੀਕਾਂ ਦਾ ਹੈ। ਔਖੇ ਹੋਏ ਪਏ ਆ। ਧਰਿਆ ਧਰਾਇਆ ਰਹਿ ਗਿਆ ਵਿੱਚੋਂ। ਬੇਬੇ ਦਾ ਦੁੱਖ ਨਹੀਂ ਯਾਰ ਹੁੰਦਾ। ਗੇਜਿਆ, ਹਾਂ ਬਾਈ ਮੇਰਾ ਇੱਕ ਕੰਮ ਕਰ, ਬੋਲ, ਇਸ਼ਾਰਾ ਕਰ। ਚਿੜੀਆਂ ਦੇ ਦੁੱਧ ਨਾ ਲਿਆਦਾ ਪਹਾੜੋਂ। ਇਉਂ ਕਰ, ਅੱਜ ਆਖੜੀ ਦਾ ਕੰਮ ਨਵੇੜ ਜਾਣਾ। ਅੱਛਾ ਤੇਰਾ ਮਤਲਬ ਜਮਾ ਹੀ ਸੈੱਟ ਕਰਦੇ ਆ ਕੰਮ, ਜਮਾ ਹੀ ਘੜੇਚ। ਉਹਨੇ ਇਸ਼ਾਰੇ ਨਾਲ ਆਪਣੀ ਧੌਣ ਤੇ ਪੁੱਠਾ ਗੂਠਾ ਫੇਰ ਕੇ ਗੱਲ ਕੀਤੀ। ਆਹੋ ਰੁਪਈਆ ਦਊ 5000 ਤੈਨੂੰ। ਹਾਂ ਗੋਲੀ ਮਾਰ ਰੁਪਈਆਂ ਨੂੰ। 3 ਪੀੜ੍ਹੀਆਂ ਦੀ ਸੀਰ ਹੀ ਆ ਤੁਹਾਡੇ ਨਾਲ, ਸਦੀ ਸੀਰ ਚੱਲਦਾ। ਫਿਕਰ ਨਾ ਕਰ। ਅੱਧੀ ਰਾਤ ਨੂੰ ਰੱਜੇ ਹੋਏ ਗੇਜੇ ਨੇ ਅਨੂਪ ਕੋਲੋਂ ਕੁੜੀ ਚੱਕ। ਤੁਸੀਂ ਇਹਨੂੰ ਅੱਧੀ ਰਾਤ ਨੂੰ ਕਿੱਥੇ? ਮੇਰਾ ਭੋਗ ਪਾਉਣਾ ਨਾ ਸਰਦਾਰਾ, ਇਹ ਨਾ ਪਰਾ ਮਾਰਾ ਕਾਲੀ ਹੋਈ ਆ ਪਾਪ ਦੀ। ਬੀਜੀ ਰੋਕੋ, ਇਹਦਾ ਅਨਰਥ ਕਰਨ ਚੱਲੇ ਨੇ। ਮੇਰੀ ਧੀ ਨੂੰ ਲੈ ਗਏ। ਨਾ ਸਰਦਾਰਾ ਇਹ ਅਨਰਥ ਨਾ ਕਰ। ਮੈਂ ਆਪਣੀ ਧੀ ਨੂੰ ਪੇਕੇ ਲੈ ਜੂ, ਉੱਥੇ ਮੈਂ ਪੜਾ ਦਫਾ ਹੋ। ਜਾਣਦੀਆਂ ਮੈਂ ਜਾਣਦਾ ਪਟਿਆਲੇ ਵਾਲਿਆ ਨਾ ਫੜੋ ਜਿਆ ਚੱਕ ਕੇ ਪੂਰ ਸੰਕਲੀਰ ਜਿਹੀ ਦਾ ਕੰਮ ਨਾ ਅਧੂਰਾ ਰਹਿ ਜਾਵੇ। ਟੰਚ ਕਰਕੇ ਮੁੜੀ। ਉਹ ਮੈਂ ਜਿੱਧਰ ਦੀ ਲੰਘਾਂ ਗੋਲੀਆਂ ਵਾਂਗੂ ਉਧਰੇ ਜਾਊ ਸ਼ੂਕ ਦੀ। ਵਹਿਮ ਨਾ ਮੰਨਣਾ। ਬੇਵਸਤੇ ਮਜਬੂਰ ਨੂੰ ਕਰਕੇ ਜਿਹਦੇ ਪੈਰਾਂ 'ਚ ਡਿੱਗੀ। ਉਹਨੇ ਚੁੰਨੀ ਦਾ ਪਰੜਾ ਨਾ ਵੀਰ ਗੇਜਿਆ, ਨਾ ਕਹਿ ਢਾ ਰੱਬ ਤੋਂ ਡਰ। ਰੱਬ ਸਾਡੇ ਨਾਲ ਵੈਰ ਕੱਢਦਾ ਹੈ। ਨਾਲੇ ਮੈਂ ਤਾਂ ਸਰਦਾਰ ਦਾ ਕਿਹਾ ਮੰਨਣਾ ਸਰਦਾਰ ਨਹੀਂ ਹੈ। ਮੇਰਾ ਤੇਰੇ ਨਾਲ ਕੋਈ ਇਲਾਕਾ ਦੇਖਾ ਨਹੀਂ। ਮੇਰੇ ਸਰਦਾਰ ਨੇ ਕਹਿਤਾ ਮੈਂ ਤਾਂ ਇਹ ਪੂਜਣੀ ਹੈ। ਅਖੀਰ ਧੱਕੇ ਧੌਲੀ ਖਾਂਦੀ ਰੂਪ ਕੌਰ ਨੂੰ ਅੰਦਰ ਸਿੱਟ ਕੇ ਗੇਜਾ ਨਹਿਰ ਦੀ ਪਟੜੀ ਚਾ ਚੜਿਆ। ਹਾਰੀ ਲੱਗਦੀ ਆ ਪੁੱਤ ਤੈਨੂੰ? ਲੈ
ਠਾਰੀ ਦਾ ਆਪਣੇ ਕੋਲ ਇਲਾਜ ਆ, ਧਿਆਣੀਏ ਠਾਰੀ ਨੂੰ ਮਾਰਾਂਗੇ ਆਪਾਂ ਭੜਕਾ ਕੇ, ਰੋਲਦੇ ਠਾਰੀ ਨੂੰ, ਠਾਰੀ ਕਿਉਂ ਨੇੜੇ ਆਜੂ। ਲੈ ਤੋਲਾ ਸਿੱਟ ਅੰਦਰ। ਗੇਜੇ ਦੀ ਦਾਰੂ ਬਹੁਤ ਪੀਤੀ ਦੀ, ਗੇਜੇ ਨੇ ਮੂੰਹ ਨੂੰ, ਕੁੜੀ ਦੇ ਮੂੰਹ ਨੂੰ ਬੋਤਲ ਲਾ ਕੇ ਦਾਰੂ ਦੀਆਂ ਘੁੱਟਾਂ ਜਵਾਕੜੀ ਦੇ ਹਲਕ ਤੇ ਅੰਦਰ ਸਿੜ। ਹੋ ਗਈ ਚੁੱਪ, ਚੱਲ ਐਡੀ ਉਹ ਕਹਾਣੀਆਂ ਬਸ। ਅੱਗ ਤੈਨੂੰ ਐ ਕਿਵੇਂ ਲੱਗ ਜੂ ਸਾਡੇ ਹੁੰਦੇ। ਕੋਈ ਨਾ ਪੁੱਤ, ਤੇਰੇ ਨਾਲ ਇੰਨਾ ਕੀ ਸੀ, ਸਤਜੁਗੀ ਆ ਤੂੰ, ਬੋਲਦੀ ਨਾਲੇ। ਹੁਣ ਤੂੰ ਆਪਣੇ ਘਰ ਜਾ ਕੇ ਚੰਗੀ ਕੋਈ ਚੀਜ਼ ਭੇਜੀ ਮੇਰੇ ਬਾਈ ਨੂੰ, ਐ ਨਾ ਕਰ, ਇੱਧਰ ਨੂੰ ਨਾ ਕਰੀ ਮੂੰਹ, ਰੱਬ ਤੇਰੀ ਚੰਗੀ ਜੂਨ ਪਾ ਕੇ। ਨਾ ਬੋਲ ਵਾਹਿਗੁਰੂ। ਤੁਰੇ ਜੰਤ ਨੇ ਭਗਾ ਕੇ ਨਹਿਰ ਦੇ ਵਿੱਚ ਜਵਾਕੜੀ ਮਾਰ। ਘਰੇ ਮੁੜਿਆ ਆ, ਗੱਲਾਂ ਦੂਜੇ ਦਿਨ ਹੋਈਆਂ। ਗਿੱਜਿਆ ਕਿਵੇਂ ਆ? ਬਸ ਜਮਾ ਹੀ ਕਰਤਾ ਟਿੱਚ ਕੰਮ, ਫਿਕਰੇ ਕੋਈ ਗੱਲ ਨਹੀਂ, ਗੱਲੇ ਕੋਈ ਨਹੀਂ। ਦਿਨ ਲੰਘ ਗਏ। ਇੱਕ ਦਿਨ ਹਰਕੌਰ ਕਹਿੰਦੀ ਅੱਜ ਸੰਤ ਜੀ ਜੋਤਾਂ ਵਾਲੇ ਨੇ ਘਰੇ ਆਉਣਾ, ਆਪਣੇ ਭਾਈ ਮੱਥਾ ਟੇਕਿਓ, ਨਾਲੇ ਅਸੀਂ ਮਿਹਨਤ ਤਰਲੇ ਨਾਲ ਮਸਾਂ ਲੈ ਕੇ ਆ, ਪੁੰਨਿਆਂ ਦੇ ਦਿਨ ਆਉਣਾ, ਅੱਜ ਪੁੰਨਿਆ ਸੰਤ ਜੀ ਨੇ ਆਉਣਾ। ਸੰਤ ਜੀ ਕੀ ਕਰੂ? ਜੋਗਾ ਕਹਿੰਦਾ ਸੰਤ ਜੀ ਤੋਂ ਮੰਗਾਂਗੇ ਅਨੂਪ ਕੌਰ ਨੂੰ। ਉਰੇ ਆ ਤੁਰੇ, ਗੱਲ ਸੁਣ ਭਾਈ ਤੂੰ, ਨਾਲੇ ਆ ਗਾਤਰਾ ਜਿਹਾ ਲਾ ਦੇ ਉੱਪਰ ਦੀ। ਗਾਤਰਾ ਨਹੀਂ ਸੰਤ ਨੂੰ ਪਸੰਦ, ਸਾਡੇ ਨੂੰ ਇਹਨੂੰ, ਇਹ ਜੋਤਾਂ ਵਾਲੇ ਸੰਤ ਨੇ, ਗਾਤਰਾ ਨਹੀਂ ਪਸੰਦ। ਇਹ ਕੀ ਬੀਜੀ ਤੁਸੀਂ ਕਹਿੰਦੇ ਹੋ ਸ੍ਰੀ ਸਾਹਿਬ ਤਾਂ ਅੰਮ੍ਰਿਤਧਾਰੀ ਦੇ ਸਰੀਰ ਤੋਂ ਮਰਿਆਂ ਤੋਂ ਵੱਖਰੇ ਨਹੀਂ, ਮੈਂ ਤਾਂ ਨਾਲ ਹੀ ਸੰਸਕਾਰ ਕਰਦੇ, ਮੈਂ ਨਹੀਂ ਤੇਰਾ ਉਪਦੇਸ਼ ਸੁਣਨਾ। ਕੋਈ ਨਹੀਂ ਲਾਉਣਾ ਤਾਂ ਆਪਦਾ ਗਾਤਰਾ ਢੱਕ ਕੇ ਰੱਖੀ। ਵੇ ਜੋਗਿਆ ਹੋ ਬੇਬੇ, ਲੱਗਦਾ ਮਹਾਂਪੁਰਖ ਆ ਗਏ। ਅੱਛਾ ਗੇਜਿਆ, ਹਾਂ ਉੱਠ ਬਾਈ, ਚਲੋ ਫਿਰ ਤੇਲ ਦੀਆਂ ਸ਼ੀਸ਼ੀਆਂ ਚੱਕੀਆਂ ਦਰਾਂ ਦੇ, ਆਓ ਮਹਾਂਪੁਰਖੋ ਜਾਓ ਮੇਰੇ ਦੇਵਤੇ ਜੀ, ਜੀ ਆਇਆਂ ਨੂੰ। ਸੰਤ ਦੇ ਸੰਤ ਜੀ ਨੇ ਗੇਜੇ ਹੋਰਾਂ ਵਾਲੀ ਬੈਠਕ ਵਿੱਚ ਜਿੱਥੇ ਬੈਠ ਕੇ ਪੀਂਦੇ, ਉੱਥੇ ਧੂਫ ਦਾ ਧੂੰਆਂ ਸੱਪ ਵਾਂਗੂ ਅਸਮਾਨ ਨੂੰ ਚੜ੍ਹਦਾ। ਸੰਤ ਜੀ ਹਰਕੌਰ ਨੂੰ ਸੰਬੋਧਨ ਹੁੰਦੇ, ਕਹਿੰਦੇ ਮਾਤਾ ਜੀ, ਜੀ ਮਹਾ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਭਾਈ, ਜਲਦੀ ਦਹੀਂ ਲਿਆਓ। ਸਤਵਚਨ ਜੀ। ਹਰਕੌਰ ਧਮ ਧਮ ਕਰਦੀ ਅੰਦਰ ਗਈ। ਗੇਜਾ ਤੇ ਜੋਗਾ ਸੰਤ ਕੋਲ ਹੱਥ ਜੋੜੀ ਬੈਠੇ। ਬੈਠੋ ਭਾਈ ਜੋਗਾ ਸਾਹਿਬ, ਬਾਕੀ ਸੰਗਤ ਨੂੰ ਬਾਹਰ ਬਿਠਾ ਦਿਓ। ਸਤਵਚਨ ਸੰਤ ਜੀ ਜੋਗਾ ਸਿੰਘ ਇਸ਼ਾਰੇ ਨਾਲ, ਬਹਿ ਜਾਓ ਭਾਈ ਸਾਰੇ, ਦਰਵਾਜ਼ਾ ਬੰਦ ਕਰ ਦਿਓ ਭਾਈ, ਤੁਸੀਂ ਅੰਦਰ ਆ ਜਾਓ। ਲਟਕੀ ਨੂੰ ਵੀ ਲਿਆਓ ਅੰਦਰ। ਅਨੂਪ ਕੌਰ ਵੀ ਅੰਦਰ ਬਿਠਾ ਦੀ। ਮੋਢੇ ਤੇ ਹਾਸਾ ਬੜਾ ਇੱਕ ਕੱਪੜਾ ਸੀ, ਸੰਤ ਨੇ ਆਲੇ ਦੁਆਲੇ ਦੇ ਕੇ ਦਹੀਂ ਆ ਜਿਹੜਾ ਚਾਦਰੇ ਦੇ ਵਿੱਚ ਕਰਕੇ ਗੁਣ 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 ਪਤਾ ਨਹੀਂ ਕੀ ਕੀਤਾ, ਸੁਆਹ ਸ਼ੱਕਰ ਸੇਵੀਆਂ ਜੀਆਂ। ਇਉਂ ਕਰਿਓ ਸਵੇਰੇ ਭਾਈ ਅੰਮ੍ਰਿਤ ਵੇਲੇ ਨਾਲਾ ਪੀਣੀ ਤੂੰ। ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਆ ਤੁਹਾਡੀ ਸੇਵਾ। ਚੱਲ ਸੇਵਾ ਨੂੰ ਕੀ ਭਾਈ, ਹਰਕੁਰੇ ਤੁਹਾਡਾ ਕਿਹੜਾ ਸਾਡੇ ਕੋਲ ਵੰਡਿਆ। ਹਰਕੁਰ ਪੁਰਾਣੀ ਚੇਲੀ ਸੀ ਸੰਤ ਦੀ, ਖਾਸਾ ਜਿਹੜਾ ਰੁੱਗ ਸੀ ਨੋਟਾਂ ਦਾ, ਜਾਂ ਫੜਾਉਣ ਨੂੰ ਦੁਆਰਾ ਕੀਤਾ ਬਾਬੇ ਦਾ ਗੜਵਈਆ ਪਿੱਛੇ ਸੀ, ਉਹਨੇ ਘੜਿੱਚ ਦੇ ਕੇ ਨੋਟ ਫੜ ਲਏ। ਮੈਂ ਨਹੀਂ ਭਾਈ ਮਾਇਆ ਨੂੰ ਹੱਥ ਲਾਉਂਦਾ, ਇੱਧਰ ਦੇ ਦਿਓ। ਅਖੀਰ ਗੱਲ ਦਿਨ ਪੂਰੇ ਹੋ ਗਏ ਅਨੂਪ ਕੌਰ ਦੇ। ਹਰਕੌਰ ਖੁਸ਼ੀ ਦੇਣ ਲਈ ਖੂਹ ਨੂੰ ਭੱਜ, ਗੇਜਾ ਤੇ ਜੋਗਾ ਖੂਹ ਤੇ ਸੀ। ਜੋਤਾਂ ਵਾਲੇ ਸੰਤ ਅਨੂਪ ਲੱਖ ਜੀ ਦੀ ਜੈ ਜੈਕਾਰ ਹੋ ਗਈ ਭਾਈ। ਜਾ ਤਾਈ ਕੀ ਹੋ ਗਿਆ? ਗੇਜਿਆ ਤੇਰੇ ਭਤੀਜਾ ਹੋਇਆ ਪੁੱਤ, ਸੁਣ ਲਈ, ਲਿਆ ਫਿਰ ਪੇਕ ਲਵਾਈਏ ਤਾਈ ਤੈਨੂੰ, ਆ ਜਾ ਕੇ ਲਾ ਘੁੱਟ ਦੇਖ ਕੇ ਤੇਰੇ ਨਾ ਖਾ ਲਈ ਮੇ ਤੋਂ ਜਲਾਹਾਨ ਨਾ ਮਾਂ ਨੂੰ ਮਸ਼ਕਰੀ ਹੈ। ਉਹ ਦੇਖ ਤਾਂ ਸਹੀ, ਮਾੜਾ ਜਿਹਾ ਦੇਖ ਤਾਂ ਸਹੀ ਕਿਵੇਂ ਕਿਵੇਂ ਕਹਾਣੀ ਸੂਤ ਹੁੰਦੀ ਹੈ ਰਾਤ ਨੂੰ। ਗੇਜਿਆ ਆ ਜਾ ਬਾਈ ਲਾ, ਨਾ ਓਏ ਅੱਜ ਰੂੜੀ ਮਾਰਕਾ ਨਹੀਂ ਪੀਣੀ, ਅੱਜ ਤਾਂ ਫਿਰ ਅੰਗਰੇਜ਼ੀ ਲਿਆ, ਐ ਨਹੀਂ ਸਰਦਾਰਾ, ਇਹ ਨਹੀਂ ਗੱਲ ਕਰਨੀ। ਰਾਤ ਨੂੰ ਗੇਜਾ ਦਾਰੂ ਪੀ ਕੇ ਚਲੇ ਗਿਆ। ਗੇਜੇ ਨੂੰ ਅੱਧੀ ਰਾਤ ਨੂੰ ਮਾੜਾ ਸੁਪਨਾ ਆਇਆ। ਝਾੜੀਆਂ ਚ ਸਿੱਟੀ ਕੁੜੀ ਜਿਹੜੀ ਨਹਿਰ ਦੇ ਵਿੱਚੋਂ ਤੁਰ ਕੇ ਆ ਕੇ ਆਉਂਦੀ ਸਾਰ ਪਿੰਡ ਦੀਆਂ 20 ਚੋਂ ਕੇ ਹਿੱਕ ਤੇ ਗੇਜੇ ਤੇ ਚੜ ਗਈ। ਉਹ ਮਾਰਤਾ ਲੋਕੋ, ਮਾਰਤਾ ਮਾਰਤਾ, ਜੋ ਆਖਰੀ ਦਾ ਫੜ ਇਹਨੂੰ, ਫੜ ਰੱਬ ਦਾ ਵਾਸਤਾ, ਗੱਲ ਕੋਤਾ ਆ ਗੇਜੇ ਦੀ ਘਰ ਵਾਲੀ ਫੱਤੋ ਨਾਲ। ਇਹ ਕੀ ਹੋ ਗਿਆ ਤੈਨੂੰ? ਝੜੇਕਾ ਫੱਤੋ ਕੋਲ ਖੜੀ ਕੰਬੀ ਜਦ, ਕੁਛ ਨਹੀਂ ਪੈ ਜਾ, ਦਵਾ ਆ ਗਿਆ ਸੀ। ਸਾਰੀ ਜਵਾਕੜੀ ਜੇ ਮਾਰੀਆ ਸੌਰੀ ਹਿੱਕ ਤੇ ਚੜੀ ਰਹਿੰਦੀ ਹੈ। ਬੇਜੇ ਬਹਿੜਾ ਤੇਰਾ ਸੱਤਿਆ ਨਾਸ ਹੋਣਾ, ਨਾਲ ਸਾਡੀ ਵੀ ਕੁੱਲ ਮਾਰੇਗਾ, ਤੇਰਾ ਬੇੜਾ ਤੇਰਾ ਦੇਖੀ ਬਹਿਣਾ। ਬਹਿ ਜਾ, ਲਿਪਤਰੇ ਨਾ ਖਾ ਲਈ ਅੱਧੀ ਰਾਤ।
ਜੇ ਬੋਲੀਆਂ ਦੇਖ ਲਈ, ਨਾਲੇ ਗਾਹਾਂ ਦੱਸਣਾ ਨਹੀਂ ਕਿਸੇ ਨੂੰ, ਦਿਨ ਜਾਂਦਿਆਂ ਨੂੰ ਕੀ ਲੱਗਦੇ ਨੇ। ਕੁਛ ਦਿਨਾਂ ਦੇ ਵਿੱਚ ਗੋਗੀ ਜਿਹੜਾ ਮੁੰਡਾ ਸੀ ਜਵਾਨ ਹੁੰਦਾ ਗਿਆ। ਹੱਥ ਨੇ ਗੇਜਾ ਤੇ ਜੋਗਾ ਪੈਂਦੇ, ਜਦ ਰਾਤ ਨੂੰ ਘੁੱਟ ਪੀਂਦੇ ਤਾਂ ਗਲਾਸ ਦੇ ਵਿੱਚ ਪਾਣੀ ਘਗਾਲ ਕੇ ਗੋਗੀ ਦੇ ਆਪਣੀ ਤਾਂ ਬਾਈਕ ਧਿੱਤਾਂ ਚ ਲੰਘੀ, ਇਹਨੂੰ ਨਾ ਤੂੰ ਭੁਲਾ, ਕੁਛ ਨਹੀਂ ਹੁੰਦਾ, ਲੱਤ ਨਹੀਂ ਟੁੱਟਦੀ, ਜੜ ਦਾ ਪੁੱਤ ਦਾਰੂ ਨੂੰ ਵੀ ਮੰਦਰ ਦਾ ਪੁਜਾਰੀ ਬਣੂ ਲੱਗੂਗੀ, ਸਤੰਦਰ ਪੁੱਤ ਠਾਰੀ ਆ, ਨਾਲੇ ਬੁਰ ਕਹਿ, ਨਾਲੇ ਬਾਹਰ ਨਿਕਲ ਕੇ ਜਿਹੜਾ ਚਾਚਾ ਲੰਘੇ ਉਹਨੂੰ ਗਾਲ ਕੱਢ ਕੇ ਆ ਭੱਜ ਕੇ। ਗੋਗੀ ਨੇ ਪਾਣੀ ਘੰਗਾਲ ਕੇ ਪੀਤਾ ਦਾਰੂ ਵਾਲੇ ਗਲਾਸ ਦਾ, ਬਾਹਰ ਨਿਕਲ ਕੇ ਲੰਘੇ ਜਾਂਦੇ ਨੂੰ ਖੜ ਤੇਰੀ ਆ ਕਹਿ ਕੇ ਅੰਦਰ ਭੱਜ ਜਾਣਾ। ਲੋਕਾਂ ਨੇ ਕਹਿਣਾ ਓਏ ਮੁੰਡਾ ਕਾਹਦਾ ਹੈ, ਮੁੰਡਾ ਕਾਹਦਾ ਹੈ, ਬਸ ਇਹ ਤਾਂ ਅਸਤਰ ਹੈ, ਜੋਗੇ ਨੂੰ ਇਹ ਤੰਗ ਕਰੂ। ਉਹ ਕਿਹਨੇ ਤੰਗ ਕਰਨਾ ਹੈ। ਦਿਨ ਲੰਘ ਗਏ, ਗੇਜੇ ਤੇ ਜੋਗੇ ਦੀਆਂ ਦਾੜੀਆਂ ਚਿੱਟੀਆਂ ਹੋਣ ਲੱਗ। ਇੱਕ ਦਿਨ ਦੋਨੇ ਖੂਹ ਤੇ ਬੈਠੇ, ਲੈ ਦਾ ਬਈ ਸ਼ੇਰ ਬੱਗੇ ਨੂੰ ਮੋਟਰਸਾਈਕਲ। ਜੋਗੇ ਨੇ ਕਿਹਾ ਨਵੇੜ ਤਾਂ ਕੰਮ। ਮੈਂ ਕਿਹਾ ਮੁੰਡਾ ਕਾਲਜ ਜਾਂਦਾ, ਟੌਰ ਦੀ ਕਸਮ ਆਪਣੇ ਖਾਨਦਾਨ ਚੋਂ ਕਾਲਜ ਦਾ ਮੂੰਹ ਨਹੀਂ ਦੇਖਿਆ, ਹੁਣ ਘੱਟੋ ਘੱਟ ਨਾਲੇ ਐ ਹੋਰ ਗੇਜਿਆ ਨਵੇੜਿਆ ਆਪਾਂ ਕੰਮ। ਰਫਲ ਇੱਕ ਲਿਆਂਦੀ ਆਪਾਂ 12 ਬੋਰ ਦੀ, ਇਹ ਵੀ ਨਵੇੜਤਾ ਕੰਮ। ਮੈਂ ਕਿਹਾ ਮੁੰਡਾ ਜਵਾਨ ਹੋ ਗਿਆ, ਰਫਲ ਚਾਹੀਦੀ ਹੈ ਘਰੇ। ਗੋਗੀ ਵਿਗੜਦਾ ਜਾਂਦਾ। ਗੋਗੀ ਦੇ ਨਾਲ ਪੜ੍ਹਦੀ ਇੱਕ ਕੁੜੀ ਡਾਲੀ ਸੀ। ਗੋਗੀ ਉਹਦਾ ਪਿੱਛਾ ਕਰਨ ਨੂੰ ਨਾ ਹਟਦਾ। ਡਾਲੀ ਨੇ ਬਹੁਤ ਵਾਰ ਕਿਹਾ ਵੀ ਤੂੰ ਹਟ ਜਾ, ਨਾ ਜਲੂਸ ਕੱਢ, ਮੈਂ ਇਹੋ ਜਿਹੀਆਂ ਕੁੜੀਆਂ ਚੋਂ ਨਹੀਂ, ਮੈਂ ਤੇਰੇ ਜੁੱਤੀ ਮੂੰਹ ਤੇ ਮਾਰ ਦੂੰ। ਇੱਕ ਦਿਨ ਕੁਦਰਤੀ ਨਹਿਰੋਂ ਨਹਿਰ ਜਾਂਦੇ ਗੋਗੀ ਦੇ ਨਿਗਾਹ ਪੈ ਗਈ ਡਾਲੀ ਨਹਿਰ ਦੇ ਅੱਡੇ ਤੇ ਖੜੀ। ਉੱਥੇ ਜਾ ਕੇ ਮੋਟਰਸਾਈਕਲ ਜਿਹੜਾ ਗੋਗੀ ਨੇ ਖੜਾ ਕੇ, ਕਿਉਂ ਦਰ ਤੇ ਹੁਣ ਖੈਰ ਮੰਗਣ ਆਇਆ, ਖਾਲੀ ਨਾ ਮੋੜੀ, ਮੋਟਰਸਾਈਕਲ ਤੇ ਬਹਿ ਜਾ। ਤੈਨੂੰ ਕਾਲਜ ਕਿੰਨੀ ਵਾਰ ਮੈਂ ਕਿਹਾ ਮੇਰੇ ਰਾਹ ਦੇ ਮੂਹਰੇ ਨਾ ਕਰ, ਕੁਰਬਾਨੀ ਦੇ ਰਾਹ ਤੇ ਆਇਆ ਹੋਇਆ ਮੈਂ, ਪੱਠ ਦਾ ਮਾਸ ਖਵਾਉਂ, ਇਹ ਨਾ ਦੇਖੀ ਜੇ ਅੜੀ ਤੇ ਆ ਗਿਆ ਭਰਾੜ ਵੀ ਕਰੂੰ। ਇਹ ਤੇ ਵਰਗਾ ਬੇਸ਼ਰਮ ਮੈਂ ਅੱਜ ਨਹੀਂ ਦੇਖ, ਅੱਜ ਤੋਂ ਬਾਅਦ ਦੇਖਾਂਗੀ ਵੀ ਨਹੀਂ। ਜੇ ਉਂਗਲੀ ਨਾਲ ਘਿਓ ਨਾ ਨਿਕਲੇ ਨਾ ਫਿਰ ਅਸੀਂ ਬਰਸ਼ੀ ਨਾਲ ਕੱਢਦੇ ਆ। ਗੋਗੀ ਨੇ ਮੋਟਰਸਾਈਕਲ ਖੜਾ ਕੇ ਕੁੜੀ ਦੀ ਚੁੰਨੀ ਨੂੰ ਹੱਥ ਪਾ ਲਿਆ। ਕੁਦਰਤੀ ਬੱਸ ਅੱਡੇ 'ਚ ਕੋਈ ਨਹੀਂ ਸੀ। ਕੁੜੀ ਉੱਥੋਂ ਭੱਜੀ, ਗੋਗੀ ਪਿੱਛੇ ਭੱਜਿਆ। ਅਖੀਰ ਜਿਹੜਾ ਭਾਣਾ ਵਰਤਾਉਣਾ ਸੀ ਉਹਨੇ ਵਰਤਾ, ਜੋ ਆਖਰੀ ਦੀ ਜ਼ਿੰਦਗੀ ਗੋਗੀ ਨੇ ਬਰਬਾਦ ਕਰਤੀ। ਨਿੱਘੇ ਜਾਂਦੇ ਕਿਸੇ ਰਾਹੀ ਨੇ ਦੇਖ ਲਿਆ, ਰੌਲਾ ਪੈ ਗਿਆ, ਪੁਲਿਸ ਗੋਗੀ ਨੂੰ ਫੜ ਕੇ ਲੈ ਗਈ। ਪੁਲਿਸ ਨੇ ਗੋਗੀ ਫੜ ਲਿਆ। ਪਿਓ ਨੂੰ ਆ ਕੇ ਜੋਗੇ ਨੇ ਦੱਸਿਆ, ਜੋਗਾ ਸਿੱਧਾ ਥਾਣੇ। ਉਹਨੇ ਦੇ ਪਰਲੇ ਬੰਨੇ ਹਵਾਲਾ 'ਚ ਗੋਗੀ ਦੇਖਿਆ, ਇਕਲੌਤਾ ਪੁੱਤ ਸਲਾਖਾਂ ਪਿੱਛੇ ਜੋਗਾ ਸਿੰਘ ਦੀ ਧਾ ਨਿਕਲਾਂਗੇ, ਸਿੱਧਾ ਥਾਣੇਦਾਰ ਦੇ ਪਿਆ। ਥਾਣੇਦਾਰ ਨੇ ਦਾੜੀ ਰੱਸੀ ਵਾਲੀ ਬਾਹਲੀ ਕਸੀ ਹੋਈ ਸੀ, ਮੂੰਹ ਤੇ ਸ਼ਿਕਲੀ ਚਾੜੀ ਦਾ ਭੁਲੇਖਾ ਪੈਦਾ। ਜੋਗਾ ਸਿੰਘ ਨੇ ਹੱਥ ਜੋੜੇ, ਸਰਦਾਰ ਜੀ ਜੋ ਹੁਕਮ ਕਰੋਗੇ ਹਾਜ਼ਰ ਕਰੂੰਗਾ, ਪਰ ਮੇਰੀ ਦੁਹਾਈ ਆ ਮੁੰਡੇ ਨੂੰ ਨਾ ਕੁੱਟਿਓ। ਥਾਣੇਦਾਰ ਨੇ ਸਿਰ ਤੋਂ ਪੈਰਾਂ ਤੋਂ ਦੇਖਿਆ। ਤੂੰ ਕੌਣ ਹੈ? ਥਾਣੇਦਾਰ ਨੇ ਕਿਹਾ ਜੀ ਮੈਂ ਉਹ ਲਟਕੇ ਦਾ ਬਾਪ ਆ। ਜੋ ਹਾਲਤ ਤੇਰੇ ਬੁੱਚੜ ਮੁੰਡੇ ਨੇ ਕੁੜੀ ਨਾਲ ਕੀਤਾ ਉਹਦੇ ਬਾਰੇ ਕੀ ਕਹੇਗਾ? ਚੌਰਿਆ ਕੁੜੀ ਤਾਂ ਕੰਜਰ ਨੇ ਮਰਨ ਵਾਲੀ ਕਰਤੀ, ਪਤਾ ਨਹੀਂ ਬਚੂਗਾ ਨਹੀਂ। ਦਫਾ 302 ਲੱਗਣੀ ਹੈ। ਮੁੰਡੇ ਤੋਂ ਗਲਤੀ ਹੋਈ, ਮਾਫੀ ਮੰਗਦਾ, ਕੱਲਾ ਕੱਲਾ ਪੋਤਾ, ਧੀ ਆਪਣੀ ਦੇ ਖਸਮਾ, ਹੱਥ ਜੋੜਨ ਨਾਲ ਨਹੀਂ, ਹੱਥ ਪੈਰ ਹਿਲਾਉਣ ਨਾਲ ਕੋ ਬਣੂ। ਮੁਰਸ਼ੀ ਨੇ ਆ ਕੇ ਗੱਲ ਕੀ, ਨਾਲ ਉਹਨੇ ਬੱਖੀ ਦੇ ਵਿੱਚ ਪੂਰਾ ਮਾਰਿਆ। ਹੁਕਮ ਕਰੋ ਚਿੜੀਆਂ ਦਾ ਦੁੱਧ ਲਿਆਉਂ ਜੀ, ਮੈਂ ਮੇਰੇ ਪੁੱਤ ਨੂੰ ਫੁੱਲ ਦੀ ਨਾ ਲੱਗਣ ਦੋ, ਇੱਕੋ ਜਵਾਕ ਆ ਮੇਰਾ। ਪੀੜਤ ਕੁੜੀ ਨੇ ਰੌਲਾ ਪਾਤਾ। ਪਿੰਡ ਦੇ ਵਿੱਚ ਵੋਟਾਂ ਦਾ ਦਿਨ ਸੀ, ਹਾਹਾਕਾਰ ਮਚ ਗਈ। ਅਖੀਰ ਪਿੰਡਾਂ ਦੇ ਵਿੱਚ ਕਨਵੈਨਸ਼ਨਾਂ ਹੋਣ ਲੱਗੀਆਂ, ਰੌਲਾ ਪੈ ਗਿਆ। ਅਖੀਰ ਜਿਹੜਾ ਡਾਲੀ ਦਾ ਵਿਆਹ ਗੋਗੀ ਨਾਲ ਹੋ ਗਿਆ। ਗੋਗੀ ਨੂੰ ਡਾਲੀ ਨੂੰ ਵਿਆਹ ਕੇ ਲਿਆਉਣਾ ਪੈ ਗਿਆ ਘਰ ਦੇ ਵਿੱਚ। ਪਰ ਗੋਗੀ ਵਿਗੜ ਗਿਆ, ਨਸ਼ਿਆਂ ਤੇ ਲੱਗ ਗਿਆ, ਬੁਰੇ ਹਾਲ, ਬਾਂਕੇ ਦਿਹਾੜੇ ਧੱਕਾ ਕਰਦਾ, ਪੈਸੇ ਖੋਹਦਾ, ਹੜਦਾ ਨਾ। ਬਹੁਤ ਵਾਰ ਜੇ ਨਾ ਐ ਨਾ ਕਰਿਆ ਕਰ ਗੋਗੇ, ਤੂੰ ਪੁੱਤ ਬਹੁਤ ਧੱਕਾ ਕਰਨ ਲੱਗ ਗਿਆ। ਉਹ ਬਾਪੂ ਫੇਰ ਜੇ ਧੱਕਾ ਮੈਂ ਨਹੀਂ ਕਰੂੰਗਾ ਬਾਪੂ, ਫੇਰ ਕੌਣ ਕਰੂਗਾ ਧੱਕਾ? ਆ ਸਿਆਪਾ ਜੇ ਤੇ ਤੂੰ ਝੁਕਿਆ, ਤੂੰ ਨਾ ਝੁਕਣਾ, ਮੈਂ ਇਹ ਜਿਹੀਆਂ ਡਾਲੀਆਂ 20 ਵਿਆਹੁਣੀਆਂ, ਤੂੰ ਸਿਆਪਾ ਮੇਰੇ ਗਲ 'ਚ ਪਾਤਾ ਇਹ। ਤੂੰ ਪੁੱਤ ਨਾ ਕਰ ਹੁਣ, ਤੂੰ ਟੱਬਰ ਟੀਹਰ ਵਾਲਾ, ਹੁਣ ਤੂੰ ਜਵਾਕਾਂ ਵਾਲਾ ਹੋਣ ਵਾਲਾ ਹੈ। ਤੂੰ ਨਾ ਕਰ, ਜਵਾਕਾਂ ਜੁਕਾਂ ਵਾਲਾ ਨਹੀਂ ਹੋਣ ਵਾਲਾ। ਅਸੀਂ ਤਾਂ ਆਜ਼ਾਦ ਪੰਛੀ ਆ, ਇਹਦਾ ਕੱਖ ਨਹੀਂ ਹੈ, ਬੈਠੀ ਰਹਿਣ ਦੇ, ਇਹ ਤੇਰੀ ਸੇਵਾ ਕਰਿਆ ਕਰੂ। ਡਾਲੀ ਅੰਦਰ ਬੈਠੀ ਰਹੂ। ਇੱਕ ਦਿਨ ਟਿਊਬਵੈਲ ਖੇਡ ਤੇ ਚੱਲੇ, ਜੋਗਾ ਸਿੰਘ ਪੈਂਦੀ ਧਾਰ ਵਾਲੇ ਚਲੇ ਕੋਲ ਬੈਠਾ, ਗੇਜਾ ਨੱਕਾ ਮੋੜ ਕੇ, ਭਾਈ ਜੋਗਿਆ
ਮੈਂ ਰਾਤ ਇੱਕ ਹੋਰ ਗੱਲ ਸੁਣਿਆ, ਕੀ ਜਿਹੜਾ ਬਾਬਾ ਆਪਣੇ ਆਇਆ ਸੀ ਨਾ ਜੋਤਾਂ ਵਾਲਾ ਮਹਾਂਪੁਰਖ, ਆਹੋ ਕਹਿੰਦੇ ਉਹ ਬਲਾਤਕਾਰ ਦੇ ਕੇਸ 'ਚ ਫੜ ਲਿਆ। ਬੱਲੇ, ਆਪਣੀ ਬੇਬੇ ਤਾਂ ਬਹੁਤ ਜ਼ਿਆਦਾ ਉਹਨੂੰ ਪੂਜਦੀ ਸੀ, ਪੂਜੀ ਭਜਣੀ ਕਿੱਥੇ, ਉਹ ਤਾਂ ਬਹੁਤ ਚਿਰ ਦੀਆਂ 3-4 ਚੇਲੀਆਂ ਰੱਖੀਆਂ ਬੈਠੀਆਂ ਸੀ। ਇੱਕ ਨੇ ਜਵਾਕ ਜੱਲਾ ਹੋਣ ਲੱਗਿਆ, ਜਦ ਉਹਨੇ ਰੌਲਾ ਪਾਇਆ ਤਾਂ ਸੰਤ ਕਹਿੰਦਾ ਮੈਂ ਤਾਂ ਬਹਿੰਗਾ ਮੈਂ ਨਹੀਂ ਵਿਆਹ ਕਰਾਉਣਾ। ਉਹ ਕੁੜੀ ਦੇਖ ਲਾ ਪੁਲਿਸ ਵਾਲਿਆਂ ਦੇ ਚਲੇ ਗਈ, ਸਾਧ ਅੰਦਰ ਹੈ ਕਿੱਥੇ, ਜਿੱਥੇ ਆਪਣਾ ਗੋਗੀ ਸੀ। ਉਹੋ ਜੀ ਗੱਲ ਨਾ, ਉਹ ਨਾ ਤੂੰ ਗੱਲ ਯਾਰ ਯਾਦ ਕਰਾ। ਇੱਕ ਦਿਨ ਫੇਰ ਦੋਨੇ ਕੋਠੇ ਤੇ ਬੈਠੇ, ਨੰਬਰਦਾਰ ਦੇ ਹੱਥ 'ਚ ਦਾਤੀ ਤੇ ਪੱਲੀ ਫੜੀ ਹੋਈ ਸੀ, ਗੇਜਾ ਚੌਂਦੀ ਲੱਗਣ ਵਾਲਿਆਂ ਵਾਂਗੂ ਨੰਬਰਦਾਰ ਨੂੰ ਦੇਖਣ ਲੱਗ ਗਿਆ। ਅਚਾਨਕ ਨੰਬਰਦਾਰ ਦੇ ਵਿੱਚੋਂ ਗੇਜੇ ਨੂੰ ਉਹੀ ਜਵਾਕੜੀ ਨਿਕਲ ਕੇ ਤੁਰਨ ਕੇ ਉਧਰ ਨੂੰ ਆਉਂਦੇ ਲੱਗੀ। ਗੇਜਾ ਥਰ ਕੰਬ ਗਿਆ, ਜਿਉਂ ਹੀ ਲੜਕੀ ਨਜ਼ਰ ਆਈ ਕੋਲ ਆ ਗਈ ਕੁੜੀ ਖਾਣ ਵਾਂਗੂ ਝੱਕ ਕੇ, ਤੇ ਗੇਜੇ ਨੇ ਖੜਾ ਗੇਜਾ ਕੰਬਣ ਲੱਗਾ। ਉਹ ਖਾ ਲਿਆ ਮੈਨੂੰ, ਇਹਨੇ ਬਚਾ ਲਓ ਪਿੰਡੋਂ, ਉਹ ਮੈਂ ਮਰ ਜਾਇਆ, ਮੈਨੂੰ ਛੱਡਦੀ ਬੌੜੀ। ਜਿਉਂ ਗੇਜਾ ਭੱਜਿਆ ਫਸਲਾਂ 'ਚ, ਅੱਗਿਓਂ ਪਿੰਡ ਦਾ ਕੋਈ ਬੰਦਾ ਖਾਲੋ ਖਾਲ ਤੁਰਿਆ ਦੇ ਹੱਥ 'ਚ ਦਾਤੀ ਪੱਲੀ ਚੁੱਕੀ, ਉਹ ਬੰਦਾ ਵੀ ਗੇਜੇ ਨੂੰ ਬਿਲਕੁਲ ਬੱਚੇ ਵਾਂਗੂ ਹੀ ਲੱਗਣ ਲੱਗਾ। ਉਹ ਬਚਾ ਲਓ, ਆ ਗਈ ਮੂਹਰਿਓਂ, ਇੱਧਰੋਂ ਆ ਗਈ। ਗੇਜਾ ਫੇਰ ਭੱਜ ਲਿਆ। ਨਾ ਮਾਰ ਪੁੱਤ, ਮੇਰੇ ਤੋਂ ਗਲਤੀ ਹੋ ਗਈ, ਨਾ ਮਾਰ ਮੈਨੂੰ, ਮੈਂ ਤੇਰੀ ਕੈਲੀ ਗਊਆ, ਮੇਰੇ ਮੂੰਹ 'ਚ ਘਾਹ, ਮੈਨੂੰ ਬਖਸ਼ਣਾ। ਬੱਕੜਵਾ ਕਰਦੇ ਗੇਜੇ ਦੇ ਅਚਾਨਕ ਪਾਣੀ ਦੀ ਬਾਲਟੀ ਮੂੰਹ ਤੇ, ਉਹ ਬਚ ਗਿਆ, ਮੈਂ ਬਚ ਗਿਆ, ਮੈਂ ਕਿੱਧਰ ਗਈ, ਇੱਥੇ ਹੀ ਸੀ। ਗੇਜਾ ਫੇਰ ਕਹਿੰਦਾ ਉਹ ਤੈਨੂੰ ਕੀ ਹੋ ਗਿਆ ਮੇਰੇ ਸਾਲਿਆ, ਕਿਉਂ ਉਹਦ ਮੂਲ ਖੜਾ ਕੀਤਾ ਹੈ? ਨੰਬਰਦਾਰ ਨੇ ਗੇਜੇ ਨੂੰ ਕਿਹਾ, ਇਹਦਾ ਤਾਂ ਨਿੱਤ ਦਾ ਹੀ ਕੰਮ ਹੈ ਨੰਬਰਦਾਰ ਆ, ਇਹਦਾ ਦਿਮਾਗ ਹਿੱਲ ਗਿਆ, ਇਹ ਤਾਂ ਇੱਕਣ ਕਰਦਾ ਜਿਵੇਂ ਸੱਚੀ ਇਹਦੇ ਦਿਮਾਗ 'ਚ ਫਰਕ ਪੈ ਗਿਆ। ਬੰਦਾ ਬਣ ਜਾ ਗੇਜਾ, ਨਹੀਂ ਅੰਬਰਸਰੋਂ ਬਿਜਲੀਆਂ ਲਵਾਵਾਂਗੇ ਤੇਰੀ ਫੱਤੋ ਅੱਗੇ ਸਾਹ ਕਰਦੀ ਫਿਰਦੀ ਆ। ਕਮਲਾ ਸੁਣ ਕੇ ਉਹ ਵੀ ਕਮਲੀ ਹੋ ਜੂ, ਜਵਾਕਾਂ ਦਾ ਖਿਆਲ ਕਰ। ਤੈਨੂੰ ਅੱਛਾ ਕੀ ਆ ਓਏ, ਮੁੱਤਰ ਝਾਕੀ ਜਾਂਦੇ ਜਿਵੇਂ ਟੂਣਾ ਟੱਪਿਆ ਹੁੰਦਾ। ਨੰਬਰਦਾਰ ਉਹਨੂੰ ਕਹਿੰਦਾ, ਗੇਜਾ ਸਾਫਾ ਲਪੇਟਦਾ, ਛੋਟੇ ਸੂਝਦਾ ਦੇਦਾ ਉਹਨੂੰ। ਉਹ ਖਾਲੀ ਤੁਰ ਚੱਲਿਆ, ਪੱਠੇ ਤਾਂ ਲੈ ਜਾ, ਘਰ ਤੋਂ ਹੁਣ ਕਿੱਥੇ ਨੂੰ ਜਾਣਾ ਤੁਰਿਆ। ਇਹਦੇ ਸਾਰੇ ਨੇ ਕੋਈ ਨਸ਼ਾ ਪੱਤਾ ਖਾਣ ਲੱਗ ਗਿਆ, ਜਿਹੜਾ ਸਿੱਧਾ ਸਰੋਟਾ ਹੀ ਝਾਕਦਾ ਹੈ। ਹੁਣ ਕਿਸੇ ਨੂੰ ਕੀ ਪਤਾ। ਖੇਤ ਇੱਕ ਦਿਨ ਜੁਗਾ ਸਿਓ ਫੇਰ ਨਵਾਂ ਟਰੈਕਟਰ ਚਲਾਉਂਦਾ, ਅਚਾਨਕ ਗੁਆਂਢੀਆਂ ਦਾ ਮੁੰਡਾ ਭੱਜਿਆ ਆਉਂਦਾ ਦੇਖ ਕੇ, ਉਹਨੂੰ ਭੱਜੇ ਆਉਂਦੇ ਨੂੰ ਦੇਖ ਕੇ ਗੇਜਾ ਮੂਹਰੇ ਭੱਜ ਲਿਆ। ਲੈ ਬਈ ਆ ਗਈ ਫੇਰ, ਉਹ ਗੇਜੇ ਨੇ ਜਦ ਭੱਜੇ ਜਾਂਦੇ ਦੇਖਿਆ, ਜੋਗੇ ਨੇ ਉਹ ਕਿੱਥੇ ਨੂੰ ਜਾਂਦਾ ਭੱਜਿਆ, ਉਹ ਦੇਖ ਲੈ ਫੇਰ ਕੁੜੀ ਆਉਂਦੀ, ਤੇਰੀ ਪੋਤੀ ਆ, ਉਹਦੇ ਨਾਲ ਭੱਜੀ ਆਉਂਦੀ, ਮਾਰ ਦੂ ਮੈਨੂੰ, ਉਹਦੇ ਭੱਜੀ ਆਉਂਦੀ। ਉਹ ਖੜ ਜਾ ਮੁੰਡਾ ਗੁਆਂਢੀਆਂ ਦਾ। ਉਹ ਚਾਚਾ ਹਾਂ ਕੀ ਹੋ ਗਿਆ? ਉਹ ਚਾਚਾ ਤੇਰੇ ਗੋਗੀ ਨੇ ਅੰਮਾ ਮਾਰਤੀ। ਗੇਜੇ ਜਦ ਮੁੰਡੇ ਨੇ ਕਿਹਾ ਅੰਮਾ ਮਾਰਤੀ, ਕਿਉਂ? ਪਤਾ ਨਹੀਂ, ਇੰਨੀ ਗੱਲ ਕਹਿ ਕੇ ਉਹ ਪਿੱਛੇ ਨੂੰ ਭੱਜੇ। ਜਦ ਘਰੇ ਗਏ, ਜੋਗਾ ਸੋਨੇ ਦੇਖਿਆ ਕਿਤਾ ਮਾਂ ਹਰ ਕੌਰ ਹੈ ਜਿਹੜੀ ਕੰਧ ਕੋਲ ਟੇਢੀ ਹੋਈ ਪਈ ਆ, ਕੋਲ ਬੈਠੀ ਰੋਂਦੀ ਆ, ਤੇ ਦਾਦੀ ਦਾ ਕਤਲ ਕਰਕੇ ਪੁੱਤ ਜਿਹੜਾ ਪੋਤਾ ਗੋਗੀ ਭੱਜ ਗਿਆ। ਜੋਗਾ ਸਿੰਘ ਦੀ ਸੁਧ ਬੁਣ ਮਾਂ ਜਹਾਨੋਂ ਕੂਚ ਕਰਕੇ ਰੂਪਕੁਰੇ। ਜੋਗੇ ਨੇ ਘਰ ਵਾਲੀ ਨੂੰ ਹੱਥ ਮਾਰ, ਬੇਬੇ ਦਾ ਇਸ਼ਨਾਨ ਕਰਾਸ਼ੀ। ਗੇਜਾ ਹਾਂ ਬਾਈ ਸ਼ਿਕਾਰ ਦਾ ਕਰ ਪ੍ਰਬੰਧ। ਗੇਜਾ ਪੈਰ ਤੋਂ ਰੇਸ ਫੜ ਗਿਆ। ਬੁੜੀਆਂ ਨੇ ਬੇਬੇ ਦਾ ਇਸ਼ਨਾਨ ਕਰਤਾ, ਨੇੜੇ ਦੇ ਰਿਸ਼ਤੇਦਾਰ ਬੁਲਾ ਕੇ ਬੇਬੇ ਦੀ ਆਰਥੀ ਨੂੰ 1.5 ਘੰਟੇ 'ਚ ਦਾਗ ਦਿੱਤਾ। ਸੰਸਕਾਰ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਮੱਥੇ ਟੇਕਣ ਬਾਅਦ ਲੋਕ ਚਲੇ ਗਏ। ਜੋਗਾ ਸਿੰਘ ਦੇ ਟੱਬਰ ਦੇ ਲੋਕ ਸਾਰੇ ਭੁੰਜੇ ਬੈਠੇ। ਜੋਗਾ ਸਿੰਘ ਸਾਰਾ ਨਵੇੜ ਕੇ ਜਦ ਬੈਠਕ 'ਚ ਗੇਜਾ ਆ ਗਿਆ। ਗੇਜਾ ਬੋਤਲ ਕੱਢ, ਬੇਬੇ ਤਾਂ ਮਨ ਤੋਂ ਨਹੀਂ ਉਤਰਦੀ, ਮੈਂ ਤਾਂ ਜਮਾ ਹੀ ਮਰ ਗਿਆ। ਬੋਤਲ ਦੇ ਮੂੰਹ 'ਚ ਮੱਕੀ ਦਾ ਗੁਲ ਕੱਢ ਗੇਜੇ ਨੇ ਨਵੀਂ ਕਰ ਲੈ, ਕੀ ਮੰਨੀਏ ਪੋਤੀ ਨੂੰ ਤਾਈ ਨੇ ਨਹਿਰ ਸਿਟਵਾਤਾ। ਪੋਤੇ ਦੀ ਖੁਸ਼ੀ ਕਰਦੀ ਸੀ, ਉਹੀ ਪੋਤੇ ਨੇ ਅੱਜ ਬੇਬੇ ਮਾਰਤੀ। ਮੈਨੂੰ ਕੁੜੀ ਲਟਕੀ ਬਹੁਤ ਤੰਗ ਕਰਦੀ ਆ ਸਰਦਾਰਾ, ਸਾਰੀ ਰਾਤ ਮੇਰੀ ਹਿੱਕ ਤੇ ਚੜੀ ਹੁੰਦੀ ਆ, ਮੈਂ ਤਾਂ ਮਰ ਜੂ, ਮੈਂ ਤਾਂ ਕਮਲਾ ਹੋ ਜੂ, ਮੈਂ ਤਾਂ ਬਹੁਤ ਔਖਾ ਹੈ। ਫੇਰ ਤੂੰ ਅੱਗੇ ਗੇਜਿਆ ਉਹੀ ਗੱਲ ਕਰ ਦਿੰਦਾ ਹੁੰਦਾ। ਹੋਣਾ ਕੀ ਆ ਯਾਰ, ਰਾਤ ਫੇਰ ਮੇਰੀ ਛਾਤੀ ਤੇ ਚੜ ਗਈ। ਫੱਤੋਂ ਨੇ ਰੌਲਾ ਪਾਇਆ, ਫੱਤੋਂ ਲੋਕਾਂ ਨੂੰ ਛਲੀ ਰੌਲਾ ਪਾਉਂਦੇ ਟਿੱਕੀ ਰਾਤ। ਜਦ ਮੈਨੂੰ ਦਾਬ ਪੈਂਦਾ, ਦਾਬ ਕਾਹਦਾ ਪੈਂਦਾ, ਪੈਣਾ ਕੀ ਆ ਦਾਬ? ਮੇਰੀ ਆ ਕੇ ਛਾਤੀ ਤੇ ਚੜ ਕੇ ਮੇਰੇ ਗਲ ਨੂੰ ਚਿੰਬੜਦੀ ਆ ਯਾਰ। ਉਹ ਭੋਰਾ ਪਰ ਜੋ ਆਖਿਆ ਭਗਾ ਕੇ ਮਾਰ, ਵੱਜਦੀ ਕਿੱਥੇ ਆ? ਮੇਰੇ ਤਾਂ ਗਲ ਦੇ ਵਿੱਚ ਦੀ, ਉਹਦੇ ਐਡੇ ਨੌ ਨੇ ਅੱਖਾਂ ਦੇ ਹੱਥਾਂ ਦੇ ਵਿੱਚ ਦੀ ਕੱਢਦੀ ਆ ਯਾਰ। ਮੈਂ ਨਹੀਂ ਪੀਣੀ। ਗੇਜਾ ਕਹਿੰਦਾ ਜੋ ਆ ਬੰਦਾ ਬਣੀ ਜਾ, ਇੱਧਰ ਬੇਬੇ ਮਰੀ ਐ, ਤੂੰ ਇਹ ਕੀ ਕਰਦੇ ਆ?
ਬਾਹਰ ਨਿਕਲਿਆ ਮੂਹਰੇ ਡਾਲੀ ਨੂੰ ਖੜੀ ਸੀ। ਡਾਲੀ ਪੁੱਤ, ਹਾਂ ਬਾਪੂ ਜੀ ਰਿਹਾ ਪੁੱਤ। ਆਪਣੀ ਗੋਗੀ ਨੇ ਬੇਬੇ ਮਾਰੀ ਤਾਂ ਅਨੂਪ ਕੌਰ ਦੀ ਤਾਂ ਜੱਦੀ ਧੀ ਮਾਰੀ ਆ। ਅਨੂਪ ਕੌਰ ਦਾ ਜੇ ਜਮਾ ਹੀ ਕਿਸੇ ਨਾਲ ਮਤਲਬ ਨਹੀਂ ਸੀ, ਉਹ ਕੱਲੀ ਹੋ ਰਹਿੰਦੀ। ਗੋਗੀ ਹੋ ਗਿਆ ਸੀ ਪਰ ਆਪਣੇ ਨਾ ਪੁੱਤ ਦਾ ਕਰਦੀ ਨਾ ਘਰ ਵਾਲੇ ਦਾ ਕਰਦੀ। ਗੇਜੇ ਨੂੰ ਉਹ ਕਹਿੰਦੀ, ਗੇਜੇ ਆ, ਹਾਂ ਸਰਦਾਰ ਦੀਆਂ, ਤੈਨੂੰ ਹਿਸਾਬ ਦੇਣਾ ਪੈਣਾ, ਯਾਦ ਰੱਖ ਜਿਹੜੀ ਤੂੰ ਜਵਾਖੜੀ ਮਾਰੀ। ਚੱਲ ਬਚ ਕਰ, ਹੋਣਾ ਜਵਾਖੜੀ ਮਾਰੀ ਆ, ਹੁਣ ਤਾਂ ਗਾਹਾਂ ਟੱਬਰ ਟੀਹਰ ਵਾਲੀ ਹੋ ਗਈ, ਗਾਹਾਂ ਹੁਣ ਨੂੰਹ ਵੀ ਆਈ ਹੋਈ ਆ, ਹੁਣ ਛੱਡ ਦੇ ਗੱਲ। ਪਰ ਗੱਲ ਕਿੱਥੇ ਹੁਣ, ਬੇਬੇ ਗੋਗੀ ਨੇ ਕਿਉਂ ਮਾਰੀ? ਨਸ਼ਾ ਕਰਨ ਵਾਸਤੇ ਬੇਬੇ ਜੀ ਤੋਂ ਕੰਨਾਂ ਦੀਆਂ ਡੰਡੀਆਂ ਮੰਗਦੇ, ਬੇਬੇ ਨੇ ਨਾ ਕਰਤੀ। ਇਹਨੇ ਬੇਬੇ ਜੀ ਨੂੰ ਧੱਕਾ ਮਾਰਿਆ, ਬੇਬੇ ਕੰਧ ਨਾਲ ਵੱਜ ਕੇ ਡਿੱਗ ਪਈ, ਨਾਲ ਹੀ ਪੂਰੇ ਹੋ ਗਈ। ਬਸ ਡਾਲੀ ਨੇ ਅੱਖਾਂ ਵਿੱਚੋਂ ਵਰਦੇ ਜੇ ਬਾਲਟੀ ਚੱਕ। ਪੁਲਿਸ ਨੂੰ ਨਾ ਭਾਈ ਪਤਾ ਲੱਗੇ, ਜਿਹੜਾ ਕੰਮ ਲੈ ਆਏ ਕਰਿਆ ਇਹ ਤਾਂ ਹੋ ਗਿਆ। ਦੇਰ ਰਾਤ ਕੇ ਗੇਜਾ ਰੋਟੀ ਲੈ ਕੇ ਚੱਲ ਗਿਆ, ਰਾਤ ਅੱਧੀ ਹੋ ਚੁੱਕੀ, ਗੇਜਾ ਸੁੱਤਾ ਪਿਆ। ਚਾਚਾ ਮੈਂ ਤੈਨੂੰ ਲੈਣ ਆਈ ਆ, ਚੱਲ ਉੱਠਾ। ਬਾਲਾ ਵੇਲਾ ਹੋ ਗਿਆ, ਭੁੱਲਰ ਦੀ ਬਾਲੜੀ ਫੇਰ ਬੋਲ। ਸੁੱਤੇ ਪੈ ਗੇਜੇ ਦੀ ਹਿੱਕ ਤੇ ਕੁੜੀ ਦਾ ਆਕਾਰ ਬਣਨ ਲੱਗਿਆ, ਭਾਰ ਵਧਣ ਲੱਗਿਆ, ਚਿਹਰਾ ਬਕਰਾਲ ਹੋ ਗਿਆ, ਸਿਰ ਦੇ ਵਾਲ ਸਪੂਲੀਏ ਬਣ ਕੇ ਗੇਜੇ ਦੇ ਸਰੀਰ ਤੇ ਮਿਲਣ ਲੱਗੇ। ਚੱਲ ਚਾਚਾ, ਹੋ ਚਾਚਾ, ਚੱਲ ਉੱਠ, ਮੈਂ ਲੈਣ ਆਈ ਆ ਤੈਨੂੰ, ਚੱਲ ਤਿਆਰ ਹੋ, ਚੱਲ ਕਬੀਲਾ ਨਾ ਕਰ, ਮੈਂ ਤਾਂ ਮੁੜਨਾ। ਗੇਜੇ ਨੇ ਹੰਗਾਰਾ ਨਾ ਪੂਰਿਆ, ਕੁੜੀ ਦੇ ਬੜੇ ਬੜੇ ਹੱਥ ਗੇਜੇ ਦੇ ਗਲ ਨੂੰ ਜਦ ਆਏ, ਸ਼ਿਕੰਜਾ ਕੱਸਿਆ, ਗੇਜੇ ਦਾ ਸਾਹ ਬੰਦ ਗਿਆ। ਗੇਜੇ ਨੇ ਮਾਰਦਾ, ਪਿੰਡਾ ਮਾਰਦਾ ਏ, ਓਏ ਮਾਰਦਾ, ਬਚਾ ਦੋ, ਕੁੱਟ ਪਾ ਲੋ, ਮੈਂ ਮਰ ਗਿਆ, ਸੌਰੀ ਨੇ ਕਾਰਾ ਕਰਤਾ ਓਏ, ਮਾਰਦਾ ਮੈਨੂੰ ਸੌਰੀ ਨੇ। ਗੇਜਾ ਫੇਰ ਹੌਲੀ ਕਢਾਵਾ, ਸੌਣ ਦਾ ਭਤੀਜਾ ਮੇਰਾ ਸੌਣ ਨਹੀਂ ਹੁੰਦਾ, ਤੈ ਕੀ ਨਿੱਤ ਤੇਰੇ ਸੂਲ ਹੁੰਦਾ ਗੜੀ ਦੇ ਜਾਣਿਆ, ਨਾ ਲਾਹ ਦੱਥਿਆ ਕਰ, ਕਿਵੇਂ ਪਰਛੱਤੀ ਚੱਕਦਾ ਪਲੇਗ ਪਣਾ, ਮੇਰੇ ਪਿਓ ਦਾ ਸਾਲਾ, ਹੁਣ ਪੀ ਕੇ ਆਈ ਲਾਣ, ਤੇਰੇ ਦਊ ਕੁੱਢਣ ਹਲਕ ਚ। ਫੱਤੋ ਨੇ ਪੜਤੀਆਂ ਸਾਰੀਆਂ। ਚੁੱਪ ਕਰ, ਦਾਬਾ ਜਿਹਾ ਆ ਗਿਆ ਜੀ, ਸੌ ਜਾ। ਸਾਈਆਂ ਦਾ ਜਾਣਾ, ਮੈਂ 7 ਸੁੱਲਿਆਂ ਦੀ ਸਵਾਹ ਚ ਜਾਵਾਂ, ਸਾਰੀ ਰਾਤ ਹੜਾਟ ਪਾਉਣਾ, ਜਿਵੇਂ ਜਿਉ ਜੀਵ ਦਾ ਬੈਰੀ ਬਣਿਆ ਮੰਨੋ ਦੇ ਜਾਣਾ। ਅਸੀਂ ਵੀ ਸਵੇਰੇ ਮੱਚਣਾ, ਕੰਮ ਤੇ ਜਾਣਾ ਹੁੰਦਾ, ਤੂੰ ਰੌਲਾ ਪਾਈਆਂ ਲਾਊਂ ਲਾਂਬੂ, ਤੈਨੂੰ ਕੱਲ ਨੂੰ ਬੋਲੀ। ਬਾਗਰੂ ਕਰ, ਪੈ ਜਾ ਹੈ ਕਿਉਂ ਕਰਦਾ। ਦੂਜੇ ਦਿਨ ਸਿਰ ਜਿਹੜਾ ਖੰਡਾਈ ਫਿਰੇ ਜੋਗੇ ਨੇ ਦੇਖਿਆ ਗੇਜਾ ਬਿਨਾਂ ਪਰਨੇ ਤੋਂ ਆਏ, ਲੈ ਆ ਗਈ ਉਹ ਆ ਗਈ। ਜਦ ਨਾ ਹਟਿਆ ਤਾਂ ਜੋਗੇ ਨੇ ਮਾਰਿਆ, ਫੜੋ ਇਹਨੂੰ ਫੜੋ, ਥਾਲੇ ਦਾ ਨਿਬੇੜੀਏ ਸਿਆਪਾ। 4 ਮੁੰਡਿਆਂ ਨੇ ਫੜ ਕੇ ਗੇਜਾ ਬੰਨ ਲਿਆ, ਲਿਆਓ ਟਰੈਕਟ, ਇਹਨੂੰ ਸ਼ਹਿਰ ਲੈ ਚੱਲੀਏ, ਟਰਾਲੀ 'ਚ ਬੰਜਾ ਸਿੱਟ ਲਿਆ, ਗੇਜੇ ਦਾ ਲੈ ਗਏ। ਇਹ ਕੀ ਕਰਦਾ, ਇਹਨੇ ਕੀ ਕਰਨਾ ਜੀ, ਆਹ ਕਰਦਾ ਰਾਤ ਨੂੰ, ਕਹਿੰਦਾ ਜਵਾਖੜੀ ਦਿਖਦੀ ਹੈ, ਇਹਦੇ ਬਿਜਲੀਆਂ ਲਾਓ। ਮੇਰੇ ਸਾਲੇ ਨੇ ਬਹੁਤ ਤੰਗ ਕੀਤਾ ਹੋਇਆ, ਸਾਰਾ ਟੱਬਰ ਕਮਲਾ ਕੀਤਾ, ਨਾ ਘਰ ਦਾ ਕੰਮ ਕਰਦਾ ਨਹੀਂ। ਅੰਦਰ ਬਾੜ ਕੇ ਡਾਕਟਰ ਨੇ ਦਵਾਈਆਂ ਦਿੱਤੀਆਂ ਗੇਜੇ ਨੂੰ, ਬਿਜਲੀਆਂ ਲਾਈਆਂ, ਗੇਜਾ ਥੋੜਾ ਜਿਹਾ ਸੁਰਤ 'ਚ ਹੋ ਗਿਆ। ਇੱਕ ਦਿਨ ਡਾਕਟਰ ਦੇ ਦਵਾਈ ਦਵਾਉਂ ਕੇ ਗੇਜਾ ਤੇ ਦੋਨੇ ਜੋਗਾ ਆਰਤੀ ਦੇ ਚਲੇ ਗਏ। ਆਰਤੀ ਦੇ ਜਾ ਕੇ ਕਹਿੰਦਾ, ਸ਼ੇਠ ਜੀ ਸਤਿ ਸ੍ਰੀ ਅਕਾਲ, ਬੈਠੋ, ਬੇਬੇ ਦਾ ਹਕਾਮਾ ਕਰਨਾ, 4 ਪੈਸੇ 20,000 ਰੁਪਈਆ ਦੇ ਯਾਰ, ਰਾਮ ਤੇਰਾ ਭਲਾ ਕਰੇ। ਪੈਸੇ ਤਾਂ ਤੇਰੇ ਮੁੰਡੇ ਗੋਗੀ ਵੱਲ ਪਹਿਲਾਂ ਹੀ ਬਥੇਰੇ ਨੇ, ਸਹੁੰ ਮਾਤਾ ਦੀ, ਮੋੜਿਆ ਨੀ ਢੇਲਾ, ਮੈਂ ਤਾਂ ਦਾਵਾ ਕਰਨ ਦਾ ਸੋਚੀ ਬੈਠਾ। ਦੇਖ ਇੱਧਰ ਬਹੀ ਮਨੀਮ ਜੀ, ਹਾਂ ਜੀ, ਗਿਟਾਰ ਵਾਂਗੂ ਬੋਲਿਆ ਮਨੀਮ, ਆ ਲਿਆਓ ਬਹੀ। ਜਦ ਦੇਖਿਆ 80,000 ਰੁਪਈਏ ਤੇ ਗੂਠੇ ਤੇ ਦਸਤਖਤ ਕੀਤੇ ਗੋਗੀ। 80,000 ਸਾਲੀ ਬੀਕਰੀ ਇਕੱਠੀ ਨਹੀਂ ਹੁੰਦੀ, ਤਾਂ ਉਹ ਟੂਲ ਆ ਗਿਆ। ਇਹ ਸਹੁਰੇ ਦੀ ਮੱਤ ਨੂੰ ਹੋਇਆ ਕਿ ਇਹ ਤਾਂ ਅੱਗੇ ਪਹਿਲਾਂ ਇਹਨੇ ਮਾਂ ਮਾਰਤੀ, ਤਾਂ ਸਿਆਪਾ ਪੈ ਗਿਆ। ਦੋਨੇ ਹੀ ਗੇਜਾ ਤੇ ਜੋਗਾ ਬਾਹਰਲੀ ਬੈਠਕ ਚ ਰੋਂਦੇ ਰਹਿ ਗਏ। ਗੇਜਾ ਸਿਆਪਾ ਪਾਤਾ, ਧੀ ਧਿਆਣੀ ਕਾਹਨੂੰ ਮਾਰ ਕੇ, ਤਾਂ ਪੱਥਰ ਆਪਾਂ ਜੰਮ ਲਿਆ, ਤਾਂ ਆਪਾਂ ਨੂੰ ਉਜਾੜੂ, ਤੈਨੂੰ ਕੁੜੀ ਤੰਗ ਕਰੂ, ਇਹ ਮੈਨੂੰ ਮਾਰੂ, ਯਾਦ ਰੱਖੀ। 10 ਸਰਦਾਰਾ ਐ ਕਿਉਂ ਕਹਿਣਾ ਯਾਰ, ਤੂੰ ਨਾ ਐ ਨਾ ਕਰ, ਆਹ ਨਾ ਕੰਮ ਕਰ। ਜਾਨੂੰ ਰੌਲਾ ਪਿਆ, ਦਿਨ ਖੜ ਅਰੇ ਅੱਧੀ ਰਾਤ 10 ਵਜੇ ਸੀ, ਰੌਲਾ ਪੈਣ ਲੱਗ। ਆਹ ਮੈਂ ਕਰ, ਜਦ ਪਿਓ ਤੋਂ ਪੈਸੇ ਲੈ ਕੇ, ਜੇ ਨਾ ਲੈ ਗਏ ਮਾਰ ਕੇ ਦੱਬ ਦੂੰ। ਆਪਣਾ ਗੋਗੀ ਬੋਲਦਾ, ਦੇਖੀ ਰਜਾ ਬਾਹਰ ਦੇਖਿਆ ਤਾਂ ਗੋਗੀ ਧੱਕੇ ਖਾਂਦਾ, ਡਾਲੀ ਨਹੀਂ ਧੱਕੇ। ਟਿਕ ਜਾਵੇ ਪੁੱਤ, ਟਿਕ ਜਾ, ਹੁਣ ਅੱਗੇ ਹੀ ਬਥੇਰਾ ਜਾ ਜਾਂਦੀ ਹੈ ਬਿਰਧ ਮਾਤਾ ਨੂੰ ਮਾਰ ਕੇ ਸਪਨੀਆਂ, ਟਿਕ ਜਾ, ਸਮਾਈ ਕਰ ਲੈ, ਤੇ ਰੱਬ ਦਾ ਬੈਰ ਹੁੰਦਾ ਪੁੱਤ, ਕਰਮਾਂ ਦਾ ਸਫ਼ਰ ਮਾੜਾ ਹੁੰਦਾ। ਅਨੂਪ ਕੋਲ ਨਾਲੇ ਬੀਜੀ ਮੇਰਾ ਪਿਓ ਗਰੀਬ ਆ, ਉਹ ਵਿਚਾਰਾ ਕਿੱਥੋਂ ਦਊ, ਹਾੜੇ ਇੰਨਾ ਜੁਰਮ ਨਾਗਾ, ਰੱਬ ਦਊ ਸਭ ਕੁਛ। ਉਹਨੇ ਡਾਲੀ ਦੀ ਗਰਦਨ ਚੱਕ ਲਈ, ਸ਼ਰਾਬੀ ਮੂੰਹ ਦੇ ਜਵਾਨ ਮੂੰਹ ਚੱਕ ਬੋਲ,
ਦੱਸ ਰੱਬਾ ਨੇੜੇ ਚਪੇੜ, ਉਹਨੇ ਡਾਲੀ ਦੇ ਚਪੇੜ। ਨਾ ਦੁਸ਼ਟਾ ਨਾ ਕਹਿਟਾ ਕਿਸੇ ਦੀ ਹਾਲ ਲੈ ਜੂ। ਅਨੂਪ ਕੌਰ ਨੇ ਫਿਰਦਾ ਜਿਹੜਾ ਪਿੱਪਲ ਵਰਗਾ ਕੈੜਾ ਕਰਕੇ ਉਸਨੂੰ ਫੜਦਾ, ਜਦ ਧੱਕਾ ਦਿੱਤਾ ਅਨੂਪ ਕੌਰ ਕੰਧ ਨਾਲ ਲੱਗੀ। ਵੇ ਮੈਂ ਮਰ ਗਈ ਵੇ ਪਤਲੀ ਲੋਕੋ। ਜਦੋਂ ਇਹਨਾਂ ਗੱਲ ਕੀਤੀ ਜੋਗਾ ਤੇ ਜੈਬਾ ਬੈਠਕ ਚੋਂ ਆ ਗਏ। ਓਏ ਉਹ ਲੱਗੀ ਆ ਬੋਲਾ, ਉਹ ਤੂੰ ਆ ਕੀ ਕਰਨਾ? ਨੂੰਹ ਨੂੰ ਕੁੱਟਦਾ ਅੱਧੀ ਰਾਤ ਲੜਕੀ ਨੂੰ, ਨਾਲੇ ਮਾਂ ਨੂੰ ਆਪਣੀ ਧੱਕਾ ਮਾਰਿਆ, ਮੈਂ ਮਾਰੂ। ਤੂੰ ਕੌਣ ਆ? ਜਿਹੜਾ ਕੀ ਗੱਲ ਕੀ ਹੋ ਗਈ? ਮੈਨੂੰ ਪੈਸੇ ਚਾਹੀਦੇ। ਜਿਹੜਾ 80,000 ਆੜਤੀ ਤੋਂ ਲਿਆਂਦਾ ਉਹ ਕਿਹੜੇ ਸਵੇਰ ਜੱਗ ਤੇ ਲਾਇਆ? ਓਏ ਜੋਗੇ ਨੇ ਇਹ ਗੱਲ ਕੀ? ਉਹ ਬੋਲ ਕੇ ਦੱਸ। 80,000 ਦਾ ਲਿਆਂਦਾ ਆਪਣੀ ਐਸ਼ ਵਾਸਤੇ ਖੜਵਸਤੀ ਕੀਤੀ ਹੈ। ਉਹਨੇ ਹਿੱਕ ਤੇ ਹੱਥ ਮਾਰ ਕੇ ਦੱਸਿਆ, ਆਲਕ ਬੈਠ ਕੇ ਮੂੰਹ ਚੋਂ। ਐਸ਼ ਨੂੰ ਤੂੰ ਕੰਜਰਾ ਟਾਟਾ ਦਾ ਮੁੰਡਾ ਬੌਲਾ ਨਾ ਬਕਵਾਸ ਕਰੀ ਮੁੜਿਆ। ਜ਼ਮੀਨ ਦੇ ਮੇਰੇ ਨਾਂ ਦੀ ਜਿਹੜੀ ਆ, ਨਹੀਂ ਤੇਰਾ ਵੀ ਸੰਖਪੂਰ ਨੂੰ ਦਾਦੀ ਵਾਂਗੂ। ਇੰਨੀ ਗੱਲ ਕੀਤੀ ਜੋਗਾ ਭੱਜ ਕੇ ਦਰਜ ਨੂੰ ਗਿਆ ਅੰਦਰ ਜਾ ਕੇ ਕੀਲੇ ਤੇ ਜਿਹੜੀ ਟੰਗੀ 12 ਬੋਰ ਦੀ ਚੱਕ। ਮੈਂ ਜਿਉਦੇ ਜੀ ਹੱਥ ਨਹੀਂ ਬਣਾਉਂਦਾ। ਬੁਢਾਪੇ ਤੂੰ ਸਾਡੀ ਕਿਸੇ ਵੇ ਸੇਵਾ ਨੂੰ ਤੂੰ ਲੂਲਾ ਲੰਗੜਾ ਫਿਲਡੋਰ ਵਰਗਾ ਪਿਆ। ਸਿੱਧਾ ਹੋ ਕੇ ਮੈਨੂੰ ਹਿੱਸਾ ਦੇ। ਪੜਿਆ ਬਜਾਲੀ ਨੇ ਦਾੜੀ ਜੀ ਪੱਟ ਕੇ ਕੱਛ ਚ ਦੇ ਦੂੰ। ਉੱਤੇ ਦਿਆ ਹੱਡਿਆ ਅੱਗੇ ਤੂੰ ਡੱਡੀਆਂ ਖਾਤਰ ਬੇਵੇ ਮਾਰਦੀ। ਹੁਣ ਧਮਕੇ ਦੇਣਾ ਮੈਂ ਪ੍ਰਾਣ ਕੱਢ ਲੂੰ ਤੇਰੇ। ਜੋਗਾ ਸਿੰਘ ਕਰੋਧ ਨਾਲ ਸੜਕੇ ਜਮਾ ਹੀ ਕਹਿਣਾ ਹੋਇਆ ਕੱਲ ਦਾ ਸ਼ੋਕਰਾ ਦਬਕੜੇ ਮਾਰਦਾ। ਹਲਾ ਪੜਿਆ ਤੈਨੂੰ ਵੀ ਬਾਜ ਕਰਦਾ, ਤੇਰਾ ਵੀ ਕਰਦਾ। ਅੱਜ ਸੱਚ ਬੁੜੀਏ ਦੇ 50 ਬੇਬੇ ਦੇ ਨਾਲ ਗੁੱਸੇ ਜਿੱਤਾ ਨੂੰ ਹੈ। ਗੋਗੀ ਲਲਕਾਰਾ ਮਾਰ ਕੇ ਅੰਦਰ ਵੜਿਆ, ਤਲਵਾਰ ਚੱਕ ਕੇ ਚੁੱਕ। ਵੇ ਹਾੜੇ ਵੇ ਡੈਡੇ ਨਾ ਮਰੋ। ਅਨੂਪ ਕੌਰ ਨੇ ਬੇਗੇ ਜਾ ਆ ਜਾ ਭੱਜ ਕੇ ਫੜ ਲੈ। ਫੜਦੇ ਆ ਕਰਦੇ ਆ। ਇਹਦਾ ਵੀ ਹੀਲਾ ਵੀ ਗੇਜੇ ਨੂੰ ਗੇਜਾ ਨਿਕਲ ਗਿਆ। ਗੇਜੇ ਨੂੰ ਸਾਹਮਣੇ ਡਾਲੀ ਦੇ ਵਿੱਚੋਂ ਕੁੜੀ ਦੇਖੀ। ਨਾ ਮੈਂ ਨਹੀਂ ਆਉਂਦਾ, ਕੁੜੀ ਆ ਗਈ। ਆ ਦਿਖਾ ਦੇ, ਆਖਦੇ ਕੁੜੀ ਆ ਗਈ। ਇਹ ਮੈਨੂੰ ਫੜੂ। ਬੇਟਾ ਹੈ ਬਾਹਰ ਨੂੰ ਭੱਜਿਆ ਜਾਣ ਨੂੰ ਬੜਾ ਫੜਕਾ ਜਦ ਦੇਖਿਆ ਗੋਗੀ ਚਫਾਲ ਪਿਆ ਸੀ ਤੇ ਜੈਬੇ ਨੇ ਆਪਣੇ ਪੁੱਤ ਦੇ ਗੋਗੀ ਪਲਾਂ ਚ ਸਾਰਾ ਕੁਝ ਬਾਹਰ ਖੇਤਾਂ ਦੇ ਤਿੱਤਰ ਉੜ ਗਏ, ਟਟੀਰੀਆਂ ਉੜ ਗਈਆਂ। ਖੜਾਕ ਜਿਹੜੀ ਰਫਲ ਦਾ ਹੋਇਆ ਸੀ ਸਾਰੇ ਪਿੰਡ ਦੇ ਲੋਕਾਂ ਕੰਧਾਂ ਨੂੰ ਲੱਗ ਕੇ ਵੀ ਸਿਆਪਾ ਪੈ। ਗੋਗੀ ਸਪਾਲ ਧਰਤੀ ਤੇ ਵਿਛਿਆ ਪਿਆ ਸੀ। ਘਰ ਤਰਥਲ ਮਚ ਗਿਆ। ਜੋਗਾ ਸਿੰਘ ਨੇ ਇਕਲੌਤੇ ਪੁੱਤ ਨੂੰ ਉਹ ਗੋਲੀ ਮਾਰਤੀ। ਲੋਕ ਭਾਂਤ ਦੀਆਂ ਗੱਲਾਂ ਕਰਨ। ਹਾਰਾਂ ਚੜ ਕੇ ਆਉ ਲੈ ਜਾਣਗੇ ਫੜ ਕੇ। ਹੁਣ ਕੀ ਬਣੂ? ਅਖੀਰ ਕਿਸ ਨੇ ਦੱਸਤਾ ਦਿਨ ਚੜ੍ਹਦੇ ਨੂੰ ਜਿਹੜਾ ਜੋਗਾ ਸਿੰਘ ਪੁਲਿਸ ਨੇ ਫੜ ਲਿਆ। ਜੋਗਾ ਸਿੰਘ ਪੁਲਿਸ ਨੇ ਫੜ ਲਿਆ। ਉਧਰੋਂ ਫੱਤੋ ਜਾਨੂੰ ਲੈ ਕੇ ਭੱਜੀ। ਫੱਤੋ ਆ ਕੇ ਅਨੂਪ ਕਰੂ ਸਰਦਾਰ ਜੀ ਆ ਦਾ ਗੇਜਾ ਨਹੀਂ ਦਿਖਦਾ, ਪਤਾ ਨਹੀਂ ਕਿੱਥੇ ਗਿਆ। ਕੀ ਗੱਲ ਹੋਈ? ਬਸ ਉਹੀ ਰਾਤ ਨੂੰ ਟਿਕੀ ਰਾਤ ਘਰੇ ਪਿਆ ਸੀ। ਹਾਏ ਮਾਰਤਾ ਕਹਿ ਕੇ ਦਰੋਂ ਭੱਜ ਲਿਆ। ਕਿੱਥੇ ਨੂੰ ਭੱਜਿਆ? ਪਿੰਡ ਦੇ ਬੰਦੇ ਦਰਵਾਜ਼ੇ 'ਚ ਪਹਿਰੇ ਵਾਲੇ ਕਹਿੰਦੇ ਨਹਿਰ ਨੂੰ ਭੱਜ ਗਿਆ। ਤੀਜੇ ਦਿਨ ਜਿੱਥੇ ਕੁੜੀ ਸਿੱਟੀ ਸੀ ਉੱਥੋਂ ਹੀ ਗੇਜੇ ਦੀ ਲਾਸ਼ ਮਿਲੀ। ਗੇਜੇ ਦਾ ਸੰਸਕਾਰ ਕਰਨ ਵੇਲੇ ਗੇਜੇ ਨੂੰ ਪਤਾ ਸੀ, ਅਨੂਪ ਕੌਰ ਨੂੰ ਪਤਾ ਸੀ। ਜੋਗਾ ਤਾਂ ਅੰਦਰ ਸੀ। ਅਨੂਪ ਕੌਰ ਨੇ ਖੜੀ ਨੇ ਜਦ ਦੇਖਿਆ ਕਿ ਲਾਬੂ ਲੱਗ ਗਏ, ਅਨੂਪ ਕੌਰ ਨੇ ਆਪਣੀ ਧੀ ਡਾਲੀ ਨੂੰ ਨੇੜੇ ਕਰ ਦਿੱਤਾ। ਦਿਨ ਆਪਾਂ ਕੱਟਾਂਗੀਆਂ। ਕਰਮਾਂ ਦੇ ਸਫ਼ਰ ਨੇ। ਇਹੀ ਘਰ 'ਚ ਧੀ ਧਿਆਣੀ ਦਾ ਕਤਲ ਹੋਇਆ ਸੀ। ਆ ਜਿਹੜਾ ਲਾਂਬੂ ਨਿਕਲਦੇ ਨੇ ਇਹ ਧੀ ਨੂੰ ਘਰੋਂ ਮੇਰੇ ਤੋਂ ਲੈ ਕੇ ਗਿਆ ਸੀ ਖੋ ਕੇ। ਤੇਰੇ ਘਰ ਵਾਲੇ ਖਾਤਰ ਇਹ ਧੀ ਮਾਰੀ ਸੀ। ਨਾ ਉਹ ਹੈ ਨਾ ਇਹ ਹੈ ਤੇ ਇਹ ਅੰਦਰ ਇਹ ਕਰਮਾਂ ਦੇ ਸਫ਼ਰ ਦੇ ਪੁੱਤ। ਕਰਮਾਂ ਤੋਂ ਕੋਈ ਨਹੀਂ ਭੱਜ ਸਕਦਾ। ਇੰਨਾ ਕਹਿ ਕੇ ਡਾਲੀ ਦੇ ਹੱਥ ਸਿਰ ਤੇ ਨੂੰ ਰੱਖਿਆ। ਡਾਲੀ ਨੇ ਮਾਨ ਉਹਨੇ ਮਾਮਾ ਕਰਮਾਂ ਦੇ ਅਗਲੇ ਸੁਨੇਹਾ। ਕਹਾਣੀਆਂ ਲੇਖਕ ਲਿਖਦੇ ਨੇ, ਉਹਨਾਂ ਦੀ ਕਲਪਨਾ ਹੁੰਦੀ ਆ, ਪਰ ਉਹਦੇ ਵਿੱਚੋਂ ਸੁਨੇਹਾ। ਜਸਵਿੰਦਰ ਤੇ ਜਨੇਤਪੁਰ ਵਾਲੇ ਦੱਸਿਆ, ਕਹਿੰਦੇ ਸਿੱਧਵਾਂ ਵਾਲੀ ਨਹਿਰ ਬਾਈ ਜੀ ਜਾਂਦੀ ਸਾਡੇ ਪਿੰਡ ਕੋਲ। ਸੱਚ ਦੀ ਸੁਣਾਉਣਾ ਕਹਾਣੀ। ਕਹਿੰਦਾ ਇੱਕ ਵਾਰ ਨਹਿਰ ਤੋਂ ਸਾਡੇ ਪਿੰਡ ਦੇ ਮਕਾਨ ਜਾਂਦੇ ਤੇ ਮੂਹਰੇ ਸਾਈਕਲ ਸਕੂਟਰ ਤੇ ਬੰਦਾ ਗਿਰਿਆ ਪਿਆ ਤੇ ਸਕੂਟਰ ਤੇ ਡਿੱਗਿਆ ਪਿਆ ਤੇ ਗਲ 'ਚ ਉਹਦੇ ਕੋਲੋਂ ਕਹਿੰਦੇ ਅਸੀਂ ਜਦ ਉਹਨੇ ਦੇਖਿਆ ਸੱਪ
ਡਿੱਗਿਆ ਪਿਆ, ਪਤਾ ਨਹੀਂ ਦਰਖਤ ਤੋਂ ਕਿਵੇਂ ਸੱਪ ਡਿੱਗਿਆ, ਕਿਵੇਂ ਸਕੂਟਰ ਤੋਂ ਡਿੱਗਿਆ, ਤੇ ਰੱਬ ਜਾਣੇ। ਕਹਿੰਦੇ ਉਹ ਫਿਰ ਪਤਾ ਨਾ ਲੱਗੇ ਵੀ ਬੰਦਾ ਕਿਹੜੇ ਪਿੰਡ ਦਾ। ਕਹਿੰਦਾ ਉਹਦੀ ਸਕੂਟਰ ਦੀ ਮੂਹਰਲੀ ਜਿਹੜੀ ਡਿੱਗੀ ਜੀ ਹੁੰਦੀ ਆ ਉਹ ਖੋਲੀ, ਉਹ 'ਚ ਕਹਿੰਦਾ ਇੱਕ ਬੱਚੀ ਦੀ ਲਾਸ਼ ਸੀ, ਪਤਾ ਨਹੀਂ ਕਿੱਥੇ ਸਿੱਟਣ ਚੱਲਿਆ ਹੋ, ਕੀ ਕਰਨ ਚੱਲਿਆ। ਪਿੰਡ ਕਹਿੰਦਾ ਸਾਡੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਪ੍ਰਚਲਿਤ ਹੈ ਗੱਲ, ਪਿੰਡ ਦੇ ਲੋਕਾਂ ਨੇ ਵੀ। ਕੁਦਰਤ ਦਾ ਜਿਹੜਾ ਨਾ, ਬਹੁਤ ਵਾਰ ਆਪਾਂ ਇਹ ਗੱਲ ਕਹਿੰਦੇ ਆ, ਇਹ ਕਹਾਣੀਆਂ ਬਣਾਉਣੀਆਂ ਕਿਉਂ ਪਈਆਂ, ਕਿਉਂਕਿ ਅਸੀਂ ਧੀਆਂ ਮਾਰੀਆਂ ਹੱਥ। ਲੇਖਕ ਤਾਂ ਸਮਾਜ ਦਾ ਵਰਤਾਰਾ ਹੀ ਲਿਖਦਾ ਹੁੰਦਾ। ਇਸ ਬ੍ਰਹਿਮੰਡ ਚੋਂ, ਇਸ ਊਰਜਾ ਦੀ ਸ਼ਕਤੀ ਚੋਂ, ਇਹਨਾਂ ਤਰੰਗਾਂ ਦੇ ਵਿੱਚੋਂ, ਜਿੱਥੇ ਬੰਦਾ ਜਦ ਖਤਮ ਹੁੰਦਾ ਹੈ, ਉਸਨੇ ਹਵਾ ਪਾਣੀ ਜਿਹੜੇ ਉਹਦੇ ਤੱਤ ਨੇ ਉਹਨਾਂ 'ਚ ਖਤਮ ਹੋ ਜਾਣਾ। ਕੁਛ ਨਹੀਂ ਇੱਥੋਂ ਜਾਂਦਾ, ਤਾਂ ਕੁਛ ਨਹੀਂ ਹੈ। ਲੋਕ ਐਵੇਂ ਕਹੀ ਜਾਂਦੇ ਨੇ ਇੱਥੋਂ ਚਲੇ ਜਾਂਦਾ, ਚੱਲਿਆ ਚੁੱਲਣੇ ਨਾ ਸਵਰਗ ਨਰਕਾ, ਉੱਪਰ ਕੁਛ ਨਹੀਂ, ਉੱਪਰ ਨੂੰ ਝਾਕ ਕੇ ਉੱਪਰ ਵਾਲਾ ਹੀ ਜਾਣਦਾ, ਉੱਪਰ ਆਪਰ ਕੱਖ ਨਹੀਂ ਹੈ, ਉੱਪਰ ਅਸਮਾਨ ਹੈ ਬਸ। ਤੇ ਬ੍ਰਹਿਮੰਡ ਦੇ ਵਿੱਚੋਂ ਇੱਥੋਂ ਜਾਣਾ ਕੁਛ ਨਹੀਂ, ਇਨ ਐਂਡ ਆਊਟ ਹੈ, ਗਿਵ ਐਂਡ ਟੇਕ ਹੈ। ਜਿਹੜੀਆਂ ਤੁਸੀਂ ਵਾਈਬਸ ਜਿਹੜੀਆਂ ਤਰੰਗਾਂ ਛੱਡਣੀਆਂ ਨੇ, ਉਹ ਜਿਹੀਆਂ ਤੁਹਾਡੇ ਆਲੇ ਦੁਆਲੇ ਆਉਣੀਆਂ ਨੇ। ਇਹਦੇ ਵਿੱਚੋਂ ਤਾਂ ਇਹ ਦੂਜੀ ਰਾਏ ਕੋਈ ਕਰਮਾਂ ਦੇ ਸਫ਼ਰ ਨੇ, ਇਨਪੁਟ ਹੈ ਜਿਹੜੀ। ਹੁਣ ਕਿੱਕਰ ਬੀਜ ਕੇ ਦਾਖਾਂ ਕਿੱਥੋਂ ਭਾਲਦਾ, ਕਿੱਕਰੇ ਹੋਣੇ ਨੇ, ਤੁੱਕੇ ਹੋ ਜਾਣਗੇ ਉਹਨਾਂ। ਸੋ ਇਹਦੇ 'ਚ ਜਿਹੜਾ ਬਾਈ ਨੇ ਇਸ ਦੇ ਕਾਂਡ ਨੂੰ ਬੜਾ ਵਧੀਆ ਲਿਖਿਆ, ਇੱਕ ਬਹੁਤ 3 ਕਾਂਡ ਨੇ ਜਿਹੜੇ ਉਹਨਾਂ ਨੂੰ ਇੱਕ ਕਹਾਣੀ 'ਚ ਕੀਤਾ ਮੈਂ। ਉਹਦੇ ਪੈਦਾ ਹੋਣ ਤੋਂ ਗੇਜੇ ਦਾ ਹਾਲ, ਗੇਜੇ ਨੇ ਸੀਰੀ ਹੋਣ ਤੇ ਆਪਣੇ ਮਾਲਕ ਦੀ ਗੱਲ ਪਕਾਈ। ਸੋ ਸੁਨੇਹਾ ਇੱਕ ਸਫ਼ਰ ਨੇ, ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ। ਬੁੱਟਰ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਦੁੱਖਾਂ ਦੀ ਦਾਸਤਾਨ ਹਰੇਕ ਨੂੰ ਸੁਣਾਉਣੀ ਨਹੀਂ ਆਉਂਦੀ। ਤੁਸੀਂ ਬਹੁਤ ਚੰਗੇ ਸਲੀਕੇ ਨਾਲ ਦੱਸਿਆ, ਗੱਲ ਨਹੀਂ ਹੁੰਦੀ। ਕਿਰਪਾ ਕਰਕੇ ਲਿਖਾਰੀ ਦਾ ਨਾਂ ਦੱਸ ਦਿਓ, ਮੈਨੂੰ ਪਤਾ ਨਹੀਂ ਲੱਗਿਆਗਾ। ਇਹ ਬਾਈ ਦੀ ਆ ਜੀ, ਜੱਗੀ ਦੀ, ਸ਼ਿਵਚੰਦ ਜੱਗੀ ਕੁੱਸਾ ਦੀ, ਉਹਦੀਆਂ ਕਹਾਣੀਆਂ ਜ਼ਿਆਦਾ ਸੁਣਾਉਣਾ ਹੁੰਦਾ ਮੈਂ। ਠੀਕ ਹੈ, ਧੰਨਵਾਦ ਬਾਈ ਜੀ, ਤੁਸੀਂ ਦੁੱਖਾਂ ਦੀ ਦਾਸਤਾਨ ਸੁਣਾਈ ਹੈ। ਧੰਨਵਾਦ, ਬਹੁਤ ਬਹੁਤ ਵੱਡਿਓ। ਉਹਨਾਂ ਦਾ ਨਾਵਲ ਇੱਕ ਆਖਰੀ ਜਿਹੜਾ ਦਰਦ ਕਹਿਣ ਦਰਵੇਸ਼ ਤੋਂ ਪਹਿਲਾਂ ਕੁੱਲੀ ਯਾਰ ਦੀ ਸੁਰਗ ਦਾ ਝੂਠ ਆ, ਉਹਦੇ ਵਿੱਚ 2019 ਚ ਆਇਆ ਸੀ ਨਾਵਲ ਬਾਈ ਦਾ। ਤੇ ਉਹਦੇ ਵਿੱਚ ਆ ਇੱਕ ਇਹ ਜਿਹੜਾ ਕਾਂਡ ਹੈ। ਹੁਣ ਤੱਕ 19 ਉਹਨਾਂ ਦੇ ਨਾਵਲ ਨੇ ਤੇ 4 ਕਹਾਣੀ ਸੰਗ੍ਰਹਿ ਨੇ। ਪੁਰਜਾ ਪੁਰਜਾ ਕਟਮਰੇ, ਤਵੀ ਤੋਂ ਤਲਵਾਰ ਤੱਕ, ਬਾਹਰੀ ਕੋਈ ਬਲਦਾ ਦੀਵਾ, ਤਰਕਸ਼ ਟੰਗਿਆ ਜੰਡ, ਗੋਰਖ ਦਾ ਟਿੱਲਾ, ਜੱਟ ਵੱਢਿਆ ਬੋੜ ਦੀ ਸ਼ਾਮੇ, ਤੇ ਉੱਜੜ ਗਏ ਗਰਾਂ, ਬਾਜ ਭਰਾਵੋਂ ਮਾਰਿਆ, ਹਾਜੀ ਲੋਕ ਮੱਕੇ ਵੱਲ ਜਾਂਦੇ, ਇੱਤੀ ਮਾਰ ਪਈ ਕਰਲਾਣੇ, ਸੱਜਰੀ ਪੈੜ ਦਾ ਰੇਤਾ, ਰੂਹ ਲੈ ਗਿਆ ਦਿਲਾਂ ਦਾ ਜਾਨੀ, ਡਾਚੀ ਵਾਲਿਆ ਮੋੜ ਮਹਾਰਵੇ, ਜੋਗੀ ਉੱਤਰ ਪਹਾੜੋਂ ਆਏ, ਚਾਰੇ ਕੁੰਟਾਂ ਸੁੰਨੀਆਂ, ਬੋਦੀ ਵਾਲਾ ਤਾਰਾ ਜਿਹੜਾ ਦਿਲਾਂ ਦੀ ਯੂ, ਟੋਬੇ ਫੂਕ ਕੁੱਲੀ ਯਾਰ ਦੀ ਸੁਰਗ ਦਾ ਝੂਠਾ, ਤੇ ਦਰਦ ਕਹਿਣ ਦਰਵੇਸ਼। 4 ਕਹਾਣੀ ਸੰਗ੍ਰਹਿ ਨੇ ਬਾਈ ਦੇ। ਊਠਾਂ ਵਾਲੇ ਬਲੋਚ, ਤੂੰ ਸੁੱਤਾ ਰੱਬ ਜਾਗਦਾ, ਬੁੱਢੀ ਦਰਿਆ ਦੀ ਯੂ, ਬੁੱਢੇ ਦਰਿਆ ਦੀ ਯੂ, ਤੇ ਰਾਜੇਸ਼ੀ ਮੁਕੱਦਮ ਕੁੱਤੇ। ਤੇ ਇੰਗਲਿਸ਼ ਦੇ ਵਿੱਚ ਸਟਰਗਲ ਫਾਰ ਆਨਰ, ਆਊਟਸਾਈਡ ਸਮਵੇਅਰ ਏ ਲੈਂਪ ਬਰਨਸ, ਦ ਲਾਸਟ ਫੁੱਟਪ੍ਰਿੰਟ ਇਨਟੂ ਦ ਮੂਨਲੈਸ ਨਾਈਟ। 4 ਜਿਹੜਾ ਉਹਨਾਂ ਦੇ ਅੰਗਰੇਜ਼ੀ ਦੇ ਨਾਲ, ਪੰਜਾਬੀਆਂ ਦਾ ਇਹ ਲੱਥਾ ਹੈ। ਲਓ ਜੀ, ਅਸੀਂ ਪ੍ਰੋਗਰਾਮ ਆਸ ਹੈ ਪਸੰਦ ਹੋਏਗਾ। ਰੱਬ ਰਾਖਾ, ਤੇ ਕੱਲ ਨੂੰ ਮੁੜਦੇ ਆ।